परम सत्कारयोग साध संगत जी, सब अपनी अपनी रसना ਨੂੰ ਪਵਿੱਤਰ ਕਰੀਏ ਤੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਤੁਸੀਂ ਹਾਜ਼ਰ ਨਾਜ਼ਰ ਸਭ ਥਾਂ ਹੋ, ਸਤਿਗੁਰ ਉਦੇ ਸਿੰਘ ਪਿਆਰੇ ਜੀ। ਹੈ ਮਿਹਰ ਤੁਸਾਂ ਦੀ ਸੰਗਤ ਤੇ ਸੰਗਤ ਹੈ ਤੁਸਾਂ ਸਹਾਰੇ ਜੀ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਆਪ ਜੀ ਸ੍ਰੀ ਸਤਿਗੁਰੂ ਰਾਮ ਸਿੰਘ ਦਾ ਇਤਿਹਾਸ ਲੜੀਵਾਰ ਸਰਵਣ ਕਰ ਰਹੇ ਸੀ। ਸਤਿਗੁਰੂ ਰਾਮ ਸਿੰਘ ਜੀ ਸਿੱਖਾਂ 'ਤੇ ਬਹੁਤ ਬਖਸ਼ਿਸ਼ ਕਰ ਰਹੇ ਨੇ। ਉਹਨਾਂ ਦੇ ਵਿੱਚੋਂ ਊਣਤਾਈਆਂ ਕੱਢ ਕੇ ਉਹਨਾਂ ਨੂੰ ਸਿੱਖੀ ਦੇ ਮਾਰਗ 'ਤੇ ਚਲਾ ਰਹੇ ਨੇ, ਨਾਮ ਦੀ ਦਾਤ ਦੇ ਰਹੇ ਨੇ, ਗੁਰਬਾਣੀ ਦਾ ਪਾਠ ਕਰਨ ਦਾ ਹੁਕਮ ਦੇ ਰਹੇ ਨੇ, ਨਾਲ ਗੁਰਬਾਣੀ ਦਾ ਪਾਠ ਕਰਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਵਿਉਂਤ ਦੱਸ ਰਹੇ ਨੇ। ਸਤਿਗੁਰੂ ਰਾਮ ਸਿੰਘ ਜੀ ਲੱਲੂਵਾਲ ਦਰਸ਼ਨ ਦਿੱਤੇ। ਉੱਥੇ ਸਨ ਸੂਬਾ ਸਰਮੁਖ ਸਿੰਘ ਜੀ। ਉਹਨਾਂ ਨੂੰ ਦਰਸ਼ਨ ਦੇ ਕੇ ਜਦੋਂ ਲੱਲੂਵਾਲ ਗਏ, ਹੁਕਮ ਕੀਤਾ ਕਿ ਲਿਆਓ ਸੂਬਾ ਜੀ, ਜਿਨ੍ਹਾਂ ਨੇ ਭਜਨ ਪੁੱਛਣਾ ਆ। ਸੂਬਾ ਜੀ ਨੇ ਸਾਰੇ ਜਿਹੜੇ ਭਜਨ ਲੈਣ ਵਾਲੇ ਸਿੱਖ ਸਨ ਉਹ ਇਕੱਤਰ ਕੀਤੇ। ਸਤਿਗੁਰੂ ਰਾਮ ਸਿੰਘ ਜੀ ਉਹਨਾਂ ਸਾਰਿਆਂ ਨੂੰ ਭਜਨ ਦਿੱਤਾ। ਉੱਥੇ ਇੱਕ ਬਜ਼ੁਰਗ ਮਾਤਾ ਆਈ। ਉਸ ਬਜ਼ੁਰਗ ਮਾਤਾ ਨੇ ਆਣ ਕੇ ਆਖਿਆ ਕਿ ਮੇਰੇ ਵਿੱਚ ਮੀਆਂ ਆਉਂਦਾ ਹੈ, ਭਾਵ ਮੈਨੂੰ ਭੂਤ ਚੰਬੜਦੇ ਨੇ। ਉਹ ਇੱਕ ਮੁਸਲਮਾਨ ਆ ਜਿਹੜਾ ਮੈਨੂੰ ਭੂਤ ਚੰਬੜਦਾ ਆਣ ਕੇ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਬੁਲਾਓ ਉਸ ਮੀਆਂ ਨੂੰ। ਉਹ ਕਹਿੰਦੀ ਜੀ ਮੇਰੇ ਬੁਲਾਇਆ ਨਹੀਂ ਆਏਗਾ, ਤੁਸੀਂ ਬੁਲਾਓ ਫਿਰ ਆਏਗਾ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ, ਮੀਆਂ ਕਿੱਥੇ ਹੈ? ਥੋੜ੍ਹੇ ਚਿਰ ਬਾਅਦ ਮੀਆਂ ਆਇਆ। ਉਸ ਔਰਤ ਦੇ ਵਿੱਚੋਂ ਉਹ ਜਿਹੜਾ ਮੀਆਂ ਭੂਤ ਸੀਗਾ ਉਹ ਬੋਲਿਆ। ਉਹ ਕਹਿਣ ਲੱਗਾ ਜੀ ਮੈਂ ਆ ਮੀਆਂ, ਦੱਸੋ ਕਸ ਤੋਂ ਮੈਨੂੰ ਸੱਦਿਆ ਹੈ? ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਤੂੰ ਬਹੁਤ ਤਾਕਤ ਵਾਲਾ ਖਵਾਉਣਾ ਹੈ, ਇਸ ਬਜ਼ੁਰਗ ਨੂੰ ਮਾਤਾ ਨੂੰ ਤੰਗ ਕਰਦਾ ਹੈ, ਅਤੇ ਜੇ ਤੇਰੇ ਵਿੱਚ ਤਾਕਤ ਆ ਮੇਰੀ ਬਾਂਹ ਨੂੰ ਫੜ ਕੇ ਇਹਨੂੰ ਮੋੜ ਕੇ ਦਿਖਾ। ਸਤਿਗੁਰੂ ਰਾਮ ਸਿੰਘ ਜੀ ਆਪਣੀ ਬਾਂਹ ਇਸ ਤਰ੍ਹਾਂ ਫੜਾ ਦਿੱਤੀ ਅਤੇ ਉਹ ਜਿਹੜੀ ਬਾਂਹ ਸੀ ਉਸ ਔਰਤ ਨੇ ਫੜ ਲਈ ਜਿਸ ਵਿੱਚ ਮੀਆਂ ਆਇਆ ਹੋਇਆ ਸੀ। ਉਹਨੇ ਪੂਰਾ ਜ਼ੋਰ ਲਾ ਲਿਆ ਅਤੇ ਉਸ ਬਾਂਹ ਨੂੰ ਉਹ ਹਿਲਾ ਵੀ ਨਾ ਸਕਿਆ। ਜਦੋਂ ਇੰਨਾ ਜ਼ੋਰ ਲਾਇਆ ਅਤੇ ਸੱਚ ਪਾਤਸ਼ਾਹ ਜੀ ਉਹਦੀ ਸਾਰੀ ਸੱਤਿਆ ਖਿੱਚ ਲਈ ਅਤੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਇਸ ਮਾਈ ਨੂੰ ਤੰਗ ਨਹੀਂ ਕਰਨਾ। ਉਸ ਤੋਂ ਬਾਅਦ ਉਹ ਮੀਆਂ ਉੱਥੋਂ ਚਲਾ ਗਿਆ। ਕਦੀ ਉਸ ਤੋਂ ਬਾਅਦ ਉਸ ਮਾਈ ਨੂੰ ਤੰਗ ਨਹੀਂ ਕੀਤਾ ਉਹਨੇ। ਇਸ ਤਰ੍ਹਾਂ ਜਿਹੜੀਆਂ ਅਦ੍ਰਿਸ਼ ਚੀਜ਼ਾਂ ਨੇ ਉਹ ਆਣ ਕੇ ਸਿੱਖ ਦੱਸਦੇ ਨੇ, ਸੱਚਪਾ ਉਹਨਾਂ ਦਾ ਵੀ ਨਿਵਾਰਨ ਕਰਦੇ ਨੇ, ਉਹਨਾਂ ਤੋਂ ਛੁਟਕਾਰਾ ਪਵਾਉਂਦੇ ਨੇ। ਸਤਿਗੁਰੂ ਰਾਮ ਸਿੰਘ ਜੀ ਬਹੁਤ ਸਿੱਖਾਂ ਨੂੰ ਹੁਕਮ ਕਰਿਆ ਕਰਦੇ ਸਨ ਕਿ ਤੁਸੀਂ ਆਪਣੇ ਗੜਵੇ ਜਲ ਦੇ ਭਰ ਕੇ ਅਤੇ ਫਿਰ ਮੈਦਾਨ ਜਾਇਆ ਕਰੋ, ਐਵੇਂ ਬਿਨਾਂ ਗੜਵੇ ਤੋਂ ਨਾ ਜਾਇਆ ਕਰੋ। ਉਹਦਾ ਨਾਲ ਸੱਚ ਪਾਤਸ਼ਾਹ ਜੀ ਕਾਰਨ ਸਮਝਾਉਂਦੇ ਸਨ। ਗੁਰੂ ਸਾਹਿਬ ਹੁਕਮ ਕਰਦੇ ਨੇ ਕਈ ਜੂਨਾਂ ਉਹ ਨੇ ਜਿਨ੍ਹਾਂ ਨੂੰ ਜਦੋਂ ਤੁਸੀਂ ਮੈਦਾਨ ਜਾਂਦੇ ਹੋ ਜਿਹੜਾ ਉਹ ਜੂਠਾ ਪਾਣੀ ਹੋ ਜਾਂਦਾ ਹੈ, ਸਿਰਫ ਉਹੀ ਪੀਣ ਨੂੰ ਮਿਲਦਾ ਹੈ। ਸਤਿਗੁਰ ਸਿੱਖਾਂ ਦਾ ਤਾਂ ਉਧਾਰ ਕਰਦੇ ਹੀ ਕਰਦੇ ਨੇ, ਪਰ ਉਹ ਜੂਨਾਂ ਵਾਸਤੇ ਵੀ ਹੁਕਮ ਕਰਦੇ ਨੇ, ਉਹਨਾਂ ਨੂੰ ਫਿਰ ਹੋਰ ਪਾਣੀ ਨਹੀਂ ਮਿਲਦਾ। ਇਸ ਕਰਕੇ ਇਹ ਪਾਣੀ ਜ਼ਰੂਰ ਲੈ ਕੇ ਜਾਇਆ ਕਰੋ ਤਾਂ ਕਿ ਉਹ ਪਾਣੀ ਪੀ ਸਕਿਆ ਕਰਨ ਜਦੋਂ ਇਹ ਪਾਣੀ ਖੁੱਲ੍ਹਾ ਹੋ ਜਾਂਦਾ ਹੈ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਇਹਨਾਂ ਸਭ ਚੀਜ਼ਾਂ ਤੋਂ ਬਚਾ ਕੇ ਰੱਖਣ। ਇਹ ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਵੀ ਇੱਕ ਸਿੱਖ ਨੇ ਆਣ ਕੇ ਅਰਜ਼ ਕੀਤੀ ਕਿ ਫਲਾਣਾ ਸਿੱਖ ਚੜ੍ਹਾਈ ਕਰ ਗਿਆ, ਉਹ ਤਾਂ ਜੀ ਭੂਤ ਬਣਿਆ ਫਿਰਦਾ। ਉਹਨੇ ਮੈਨੂੰ ਅੱਜ ਮਿਲਿਆ ਸੁਪਨੇ ਵਿੱਚ ਅਤੇ ਉਹਨੇ ਅਰਜ਼ ਕੀਤੀ ਹੈ ਕਿਰਪਾ ਕਰੋ ਸਤਿਗੁਰੂ ਜਗਜੀਤ ਸਿੰਘ ਚਰਨਾਂ ਵਿੱਚ ਅਰਜ਼ ਕਰੋ ਕਿ ਮੈਨੂੰ ਬਚਾਓ। ਸੱਚ ਪਾਤਸ਼ਾਹ ਜੀ ਕੋ ਉਸ ਵਾਸਤੇ ਪਾਠ ਦਾ ਹੁਕਮ ਕੀਤਾ ਅਤੇ ਉਹ ਉਸ ਤੋਂ ਬਾਅਦ ਠੀਕ ਹੋ ਗਿਆ। ਇਹ ਗੱਲ ਨਹੀਂ ਹੈਗੀ ਵੀ ਇਹ ਜੂਨਾਂ ਨਹੀਂ ਹੈਗੀਆਂ, ਇਹ ਸਾਰਾ ਕੁਝ ਹੈਗਾ। ਸੱਚ ਪਾਤਸ਼ਾਹ ਜੀ ਬਹੁਤ ਬਚਨ ਕਰਨੇ ਸਿੱਖੀ ਦੇ ਸਮਝਾਉਣੇ ਸਿੱਖਾਂ ਨੂੰ। ਨਾਲ ਸਤਿਗੁਰੂ ਰਾਮ ਸਿੰਘ ਜੀ ਜਲ ਦਾ ਗੜਵਾ ਭਰ ਕੇ ਰੱਖਦੇ ਸਨ
ਇਤਿਹਾਸ ਪੜ੍ਹਦਿਆਂ ਇੱਥੋਂ ਤੱਕ ਸਮਝ ਆਈ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਆਪਣਾ ਕੋਈ ਨਿੱਜੀ ਸੇਵਕ ਨਹੀਂ ਰੱਖਿਆ, ਆਪਣੀ ਕਿਰਿਆ ਆਪ ਸੰਭਾਲਦੇ ਰਹੇ। ਅੰਤਲੇ ਸਮੇਂ ਵਿੱਚ ਜਦੋਂ ਭਾਈ ਨਾਨੂ ਸਿੰਘ ਦਾ ਜ਼ਿਕਰ ਆਉਂਦਾ ਕਿ ਸੱਚੇ ਪਾਤਸ਼ਾਹ ਜੀ ਦੇ ਨਾਲ ਉਹ ਪ੍ਰਦੇਸ਼ ਜਾਂਦੇ ਨੇ, ਪਰ ਭਾਈ ਨਾਨੂ ਸਿੰਘ ਜੀ ਦਾ ਪ੍ਰਦੇਸ਼ ਜਾਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੇ ਕੋਲ ਉਹ ਆਏ ਹੋਣ, ਉਹਨਾਂ ਨੇ ਸੇਵਾ ਕੀਤੀ ਹੋਵੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਕੇ, ਇਹ ਕੋਈ ਜ਼ਿਕਰ ਨਹੀਂ ਆਉਂਦਾ। ਭਾਈ ਨਾਨੂ ਸਿੰਘ ਜੀ ਦਾ ਵਿਆਹ ਨਹੀਂ ਸੀ ਹੋਇਆ, ਇਸ ਕਰਕੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਨਾਲ ਲੈ ਕੇ ਗਏ ਸਨ। ਖੈਰ, ਸੱਚੇ ਪਾਤਸ਼ਾਹ ਜੀ ਆਪਣੀ ਸੇਵਾ ਆਪਣੇ ਹੱਥੀਂ ਆਪ ਕਰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ, ਇੱਕ ਸਮਾਂ ਆਇਆ, ਸਿੱਖਾਂ ਨੇ ਅਰਜ਼ ਕੀਤੀ ਕਿ ਕਿਰਪਾ ਕਰੋ, ਆਪਣੀ ਮਰਜ਼ਾਦਾ ਬਹੁਤ ਸਖਤ ਹੈ। ਮਰਜ਼ਾਦਾ ਸਖਤ ਹੋਣ ਕਰਕੇ ਕਈ ਸਿੱਖ ਨਾਲ ਨਹੀਂ ਜੁੜਦੇ, ਆਪਣੀ ਗਿਣਤੀ ਘਟਦੀ ਜਾਂਦੀ ਹੈ। ਕਿਰਪਾ ਕਰੋ, ਥੋੜ੍ਹੀ ਜਿਹੀ ਮਰਜ਼ਾਦਾ ਵਿੱਚ ਢਿੱਲ ਪਾ ਦੇਵੋ ਅਤੇ ਸੰਗਤ ਹੋਰ ਜੁੜ ਜੇਗੀ। ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਇਹ ਸਤਿਗੁਰੂ ਰਾਮ ਸਿੰਘ ਜੀ ਦੀ ਦੱਸੀ ਹੋਈ ਮਰਜ਼ਾਦਾ ਹੈ, ਇਹਦੇ ਵਿੱਚ ਢਿੱਲ ਨਹੀਂ ਪਾਉਣੀ। ਪ੍ਰਤਾਪ ਸਿੰਘ ਆਪਣਾ ਗੜਵਾ ਆਪ ਫੜ ਲਵੇਗਾ ਜੇ ਤੁਸੀਂ ਮਰਜ਼ਾਦਾ ਨਹੀਂ ਰੱਖ ਸਕਦੇ, ਪਰ ਇਹ ਸਤਿਗੁਰੂ ਰਾਮ ਸਿੰਘ ਜੀ ਦੱਸੀ ਮਰਜ਼ਾਦਾ, ਇਹਦੇ ਵਿੱਚ ਕੋਈ ਢਿੱਲ ਨਹੀਂ ਪਾਉਣੀ। ਇਸ ਕਰਕੇ ਇਹ ਜਿਹੜੀ ਮਰਜ਼ਾਦਾ ਆ ਬੜੀ ਉੱਤਮ ਆ। ਇਹਦੇ ਗੁਣ ਤਾਂ ਸਾਨੂੰ ਅੱਜ ਆਣ ਕੇ ਪਤਾ ਲੱਗ ਰਹੇ ਨੇ। ਇੱਕ ਜਰਸੀ ਤੋਂ ਬੀਬੀ ਦਾ ਫੋਨ ਆਇਆ, ਉਹ ਕਹਿਣ ਲੱਗੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਉਹ ਪਰਿਵਾਰ ਜਿਹੜਾ ਜੁੜਿਆ ਹੋਇਆ, ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਨਾਲ ਜੁੜੇ ਸਨ, ਅਤੇ ਉਹ ਬੀਬੀ ਨੇ ਗੱਲ ਕੀਤੀ, ਕਹਿੰਦੇ ਕਿ ਲੋਕ ਪਹਿਲਾਂ ਜਦੋਂ ਸੰਸਕਾਰ ਹੁੰਦਾ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਸਣੇ ਬਸਤਰ ਇਸ਼ਨਾਨ ਕਰਨ ਦਾ, ਪਰ ਅੱਜ ਕੱਲ੍ਹ ਲੋਕ ਨਹੀਂ ਕਰਦੇ। ਉਹ ਕਹਿੰਦੇ ਲੋਕ ਸੰਸਕਾਰ ਤੋਂ ਬਾਅਦ ਤੇ ਕੋਈ ਇਸ ਤਰ੍ਹਾਂ ਦਾ ਇਸ਼ਨਾਨ ਨਹੀਂ ਕਰਦੇ, ਪਰ ਸਤਿਗੁਰੂ ਪਾਤਸ਼ਾਹ ਜੀ ਐਸਾ ਲੋਕਾਂ ਨੂੰ ਡਰਾਵਾ ਕਹਿ ਲਵੋ ਜਾਂ ਐਸੀ ਖੇਡ ਵਰਤਾਈ ਹੋਈ ਹੈ ਕਿ ਹੁਣ ਜੇ ਬਾਹਰ ਕੋਈ ਸਬਜ਼ੀ ਲੈਣ ਵੀ ਜਾਂਦਾ ਹੈ ਕਰੋਨਾ ਵਾਇਰਸ ਕਰਕੇ, ਜੇ ਕੋਈ ਡਰਿਆ ਹੋਇਆ ਘਰੇ ਆਣ ਕੇ ਉਹ ਬੀਬੀ ਦੱਸਦੀ ਹੈ ਕਿ ਮੈਂ ਗਰਾਜ ਵਿੱਚ ਹੀ ਖਲੋ ਜਾਂਦੀ ਹਾਂ, ਸਣੇ ਕੱਪੜਿਆਂ ਨਹਾ ਕੇ ਬਾਅਦ 'ਚ ਘਰੇ ਵੜਦੀ ਹਾਂ। ਜੇ ਤੇ ਡਰ ਆ ਗਿਆ ਉਸ ਤੋਂ ਬਾਅਦ ਇਸ਼ਨਾਨ ਕਰਨਾ ਸ਼ੁਰੂ ਕਰ ਲਿਆ, ਪਰ ਮਰਜ਼ਾਦਾ ਵਿੱਚ ਆਣ ਕੇ ਨਹੀਂ ਕੀਤਾ। ਸੱਚੇ ਪਾਤਸ਼ਾਹ ਜੀ ਕਿੰਨਾ ਹੁਕਮ ਕਰਦੇ ਸਨ, ਹੱਥ ਨਾ ਮਿਲਾਇਆ ਕਰੋ। ਸਤਿਗੁਰੂ ਜਗਜੀਤ ਸਿੰਘ ਜੀ ਹੱਥ ਜੋੜ ਕੇ ਫਤਿਹ ਬੁਲਾਓ, ਚਰਨੀ ਹੱਥ ਲਾਓ। ਪਰ ਇਹ ਅੱਜ ਸਾਇੰਸ ਜਿਹੜੀ ਹੈ ਸਾਨੂੰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਸਾਨੂੰ ਮੰਨਿਆ ਜਾਂਦਾ ਸੀ ਕਿ ਇਹ ਬਹੁਤ 2000 ਵਰ੍ਹੇ ਪੁਰਾਣੀਆਂ ਗੱਲਾਂ ਕਰਦੇ ਨੇ, ਇਹਨਾਂ ਗੱਲਾਂ ਵਿੱਚ ਕੀ ਪਿਆ ਹੈ। ਪਰ ਅੱਜ ਦੀ ਸਾਇੰਸ ਜਿਹੜੀ ਹੈ ਉਸੇ ਹੀ ਥਿਊਰੀ 'ਤੇ ਉੱਥੇ ਹੀ ਆਣ ਕੇ ਖਲੋ ਗਈ ਹੈ। ਸੋਸ਼ਲ ਡਿਸਟੈਂਸਿੰਗ ਕੀ ਸੀਗੀ? ਸਤਿਗੁਰੂ ਰਾਮ ਸਿੰਘ ਜੀ ਜਦੋਂ ਸਿੱਖਾਂ ਦੇ ਨਾਲ ਹਰਿਦੁਆਰ ਗਏ ਨੇ ਪਹਿਲੀ ਵਾਰ ਅਰਧ ਕੁੰਭੀ 'ਤੇ, ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਹੁਕਮ ਕੀਤਾ ਸੀ ਸਾਰੇ ਜਾਣੇ ਇੱਕ ਦੂਸਰੇ ਤੋਂ 2-2 3-3 ਕਦਮ ਹਟ ਕੇ ਚੱਲੋ, ਕੋਈ ਵੀ ਗੱਲਾਂ ਨਾ ਕਰੇ, ਭਜਨ ਕਰੋ, ਪਾਠ ਕਰੋ ਆਪਣਾ। ਅੱਜ ਸਾਰੇ ਪਾਸੇ ਇਹ ਚੱਲਣ ਡਿਆ। ਸੱਚੇ ਪਾਤਸ਼ਾਹ ਜੀ ਤੇ ਹੁਕਮ ਕਰਦੇ ਸੀ ਪਾਠ ਗੁਰਬਾਣੀ ਨਾਲ ਜੋੜਨ ਲਈ, ਪਰ ਅਸੀਂ ਡਰਦੇ ਕਰਕੇ ਐਵੇਂ ਕਰ ਰਹੇ ਹਾਂ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕਰਦੇ ਨੇ ਇਸ਼ਨਾਨ ਕਰਕੇ ਪ੍ਰਸ਼ਾਦਾ ਛਕੋ। ਸਾਧ ਸੰਗਤ ਜੀ ਤੁਸੀਂ ਇਸ਼ਨਾਨ ਕਰਕੇ ਉਸੇ ਵੇਲੇ ਪ੍ਰਸ਼ਾਦਾ ਛਕ ਕੇ ਵੇਖਿਓ, ਤੁਹਾਨੂੰ ਭੁੱਖ ਵੀ ਵੱਧ ਲੱਗੇਗੀ, ਤੁਹਾਨੂੰ ਪ੍ਰਸ਼ਾਦਾ ਛਕਣ ਦਾ ਆਨੰਦ ਹੀ ਵੱਖਰਾ ਆਏਗਾ। ਇਹ ਮਰਜ਼ਾਦਾਵਾਂ ਜਿਹੜੀਆਂ ਸੱਚੇ ਪਾਤਸ਼ਾਹ ਜੀ ਦੱਸੀਆਂ ਸੀ, ਪਰ ਅੱਜ ਦੀ ਸਾਇੰਸ ਉਹਨੂੰ ਜਦੋਂ ਬਹੁਤ ਦਿੱਕਤ ਵਿੱਚ ਆ ਗਈ ਕਿ ਸਾਨੂੰ ਇਹ ਬਿਮਾਰੀ ਨਾ ਫੈਲ ਜਾਵੇ, ਉਦੋਂ ਜਿਹੜੀ ਥਿਊਰੀ ਉਹਨਾਂ ਨੇ ਵਰਤੀ, ਸਤਿਗੁਰੂ ਰਾਮ ਸਿੰਘ ਜੀ ਕਿੰਨੇ ਸਾਲ ਪਹਿਲਾਂ ਦੀ ਇਹ ਚਲਾਈ ਹੋਈ ਮਰਜ਼ਾਦਾ, ਅਤੇ ਉਹ ਉਦੋਂ ਦੀ ਚੱਲਦੀ ਆ ਰਹੀ। ਜੇ ਸਾਰਾ ਸੰਸਾਰ ਸਦਾ ਹੀ ਇਸ ਤਰ੍ਹਾਂ ਰਵੇ ਤਾਂ ਕਿੰਨੀ ਬਿਮਾਰੀਆਂ ਦੇ ਕਾਰਨ ਘਟ ਜਾਣ, ਕਿੰਨੇ ਚਾਂਸ ਘਟ ਜਾਣ ਇੱਕ ਬਿਮਾਰੀ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਜਾਣ ਦੇ। ਖੈਰ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਮਨ ਵਿੱਚ ਸਤਿਗੁਰ ਦੀ ਮਰਜ਼ਾਦਾ ਪ੍ਰਤੀ ਕਿੰਤੂ ਪਰੰਤੂ ਨਾ ਆਵੇ। ਅਸੀਂ ਉਸ ਮਰਜ਼ਾਦਾ ਨੂੰ ਖੁਸ਼ੀ ਨਾਲ ਮੰਨੀਏ, ਉਹਦੇ ਵਿੱਚ ਤਾਂ ਸਦਾ ਹੀ ਫਾਇਦਾ ਹੈ। ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕਰਦੇ ਨੇ ਸ਼ਰਾਬ ਡਾਕਟਰ ਦੇ ਕਹਿਣ ਕਰਕੇ ਨਹੀਂ ਛੱਡਣੀ, ਸ਼ਰਾਬ ਸਤਿਗੁਰ ਦੇ ਹੁਕਮ ਕਰਕੇ ਛੱਡਣੀ ਹੈ। ਡਾਕਟਰ ਨੇ ਕਿਹਾ ਮੌਤ ਤੋਂ ਡਰ ਲੱਗਦਾ ਤਾਂ ਸ਼ਰਾਬ ਛੱਡੀਏ, ਪਰ ਸਤਿਗੁਰ ਦਾ ਤਾਂ ਕੋਈ ਡਰ ਨਹੀਂ ਨਾ ਮਨ ਵਿੱਚ ਆਇਆ। ਇਸ ਕਰਕੇ ਜਿੰਨੇ ਵੀ ਹੁਕਮ ਨੇ ਉਹ ਸਤਿਗੁਰ ਨੂੰ ਮੁੱਖ ਰੱਖ ਕੇ ਮੰਨਣੇ ਨੇ, ਨਾ ਕਿ ਡਾਕਟਰਾਂ ਨੂੰ ਮੁੱਖ ਰੱਖ ਕੇ ਮੰਨਣੇ ਨੇ। ਬਾਜ਼ਾਰ ਦਾ ਖਾਣ ਦਾ ਕਿੰਨਾ ਹੁਕਮ ਕੀਤਾ ਸੀ, ਨਹੀਂ ਖਾਣਾ। ਮੈਂ ਕੋਸ਼ਿਸ਼ ਕਰ ਰਿਹਾ, ਕਿਸੇ ਨੇ ਟਵਿੱਟਰ 'ਤੇ ਮਾਰਚ ਮਹੀਨੇ ਵਿੱਚ ਇੱਕ ਜਾਪਾਨੀਆਂ ਨੇ ਇੱਕ ਟੈਸਟ ਕੀਤਾ ਸੀ, ਇੱਕ ਬੰਦੇ ਦੇ ਹੱਥ 'ਤੇ
ਹਲਕਾ ਜਿਹਾ ਉਹਨਾਂ ਨੇ ਪੇਂਟ ਲਾ ਦਿੱਤਾ। ਅੱਧੇ ਘੰਟੇ ਬਾਅਦ ਉਹ ਪੇਂਟ ਤੋਂ ਬਾਅਦ ਉਹਨਾਂ ਨੇ ਸਾਰੀਆਂ ਲਾਈਟਾਂ ਬੁਝਾ ਕੇ ਬਲੂ ਲਾਈਟਾਂ ਜਗਾ ਦਿੱਤੀਆਂ। ਉਹ ਲਾਈਟਾਂ ਜਗਾਉਣ ਤੋਂ ਬਾਅਦ ਕੀ ਹੋਇਆ ਕਿ ਉਹ ਜਿੰਨੇ ਵੀ 10-15 ਜਾਣੇ ਇੱਕ ਟੈਸਟ ਕੀਤਾ ਸੀ ਉਹਨਾਂ ਨੇ, ਉਹ ਸਾਰਿਆਂ ਦੇ ਹੱਥਾਂ 'ਤੇ, ਕਿਸੇ ਦੇ ਮੂੰਹ 'ਤੇ ਉਹ ਪੇਂਟ ਦਾ ਨਿਸ਼ਾਨ ਲੱਗਾ ਹੋਇਆ ਸੀ। ਉਹ ਕਹਿੰਦੇ ਵੀ ਤੁਸੀਂ ਕੋਸ਼ਿਸ਼ ਕਰ ਲਓ, ਅੱਜ ਸੋਸ਼ਲ ਡਿਸਟੈਂਸਿੰਗ ਦੀ ਗੱਲ ਚੱਲਦੀ ਪਈ ਹੈ, ਅੱਜ ਬੜਾ ਇਹ ਵਾਇਰਸ ਨੂੰ ਸਪਰੈਡ ਨਾ ਹੋਣ ਦਿੱਤਾ ਜਾਵੇ, ਇਸ ਗੱਲ ਦੀ ਗੱਲ ਚੱਲਦੀ ਪਈ ਹੈ, ਤਾਂ ਇਹ ਜਾ ਕੇ ਸਾਰੀਆਂ ਤਕਨੀਕਾਂ ਨੇ ਜਿਹੜੀਆਂ ਇਹ ਕਾਰਨ ਲੱਭੇ ਜਾ ਰਹੇ ਨੇ। ਮੈਂ ਕੋਸ਼ਿਸ਼ ਕਰ ਰਿਹਾ ਜੋ ਵੀਡੀਓ ਮੈਨੂੰ ਮਿਲ ਜੇ ਦੁਬਾਰਾ ਅਤੇ ਉਹਨੂੰ ਡਾਊਨਲੋਡ ਕਰਕੇ ਅਤੇ ਸਾਰੀ ਸੰਗਤ ਨੂੰ ਵਿਖਾਈ ਜਾਵੇ ਕਿ ਸੱਚ ਪਾਤਸ਼ਾਹ ਜੀ ਜਿਹੜੇ ਹੁਕਮ ਸਾਨੂੰ ਬੜੇ ਸਾਲਾਂ ਤੋਂ, ਸਦੀਆਂ ਪੁਰਾਣੇ ਹੁਕਮ ਨੇ, ਉਹ ਅੱਜ ਜਾ ਕੇ ਸਾਇੰਸ ਉਹਨਾਂ ਨੂੰ ਲੱਭ ਰਹੀ ਹੈ ਕਿ ਇਹਨਾਂ ਵਿੱਚ ਕਾਰਨ ਲੱਭੋ, ਕੀ ਕਾਰਨ ਹੈ। ਸਤਿਗੁਰੂ ਰਾਮ ਸਿੰਘ ਜੀ ਕਿਸੇ ਦੇ ਹੱਥ ਦਾ ਖਾਣ ਦਾ ਹੁਕਮ ਨਹੀਂ ਸੀ ਕਰਦੇ, ਹੁਕਮ ਕਰਦੇ ਸੀ ਆਪਣਾ ਪ੍ਰਸ਼ਾਦਾ ਆਪ ਪਕਾ ਕੇ ਛਕੋ। ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ ਇੱਕ ਸਿੱਖਾਂ ਦਾ ਜਥਾ ਸੱਜ ਗਿਆ ਸੀ ਜਿਨ੍ਹਾਂ ਨੂੰ ਛੂਤੀਏ ਆਖਿਆ ਜਾਂਦਾ ਸੀ। ਉਹਨਾਂ ਦੀ ਮਰਜ਼ਾਦਾ ਇੰਨੀ ਸਖਤ ਸੀ ਕਿ ਉਹ ਅੰਗਰੇਜ਼ ਦੇ ਲਾਏ ਹੋਏ ਦਰਖਤ ਦੀ ਛਾਂ ਥੱਲੇ ਨਹੀਂ ਸਨ ਖੜ੍ਹਦੇ। ਉਹ ਆਪਣੀਆਂ ਲੱਕੜੀਆਂ ਧੋ ਕੇ ਉਹਨਾਂ ਦਾ ਥੱਲੇ ਪੋਚਾ ਲਾ ਕੇ ਆਪਣੇ ਹੱਥੀਂ ਆਪ ਪ੍ਰਸ਼ਾਦਾ ਪਕਾ ਕੇ ਛਕਦੇ ਸਨ। ਉਹ ਕਿਸੇ ਸਿੱਖ ਨਾਲ ਗੱਲ ਨਹੀਂ ਸਨ ਕਰਦੇ, ਜੇ ਕਿਸੇ ਨਾਲ ਬੋਲ ਲੈਣ, ਗੱਲ ਕਰ ਲੈਣ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ ਕਿ ਉਹਨਾਂ ਨੇ ਜਦੋਂ ਜਾਣਾ, ਉਹਨਾਂ ਦੇ ਨਾਲ ਆਪਣੇ ਕਾਫਲੇ ਵਿੱਚ ਇੱਕ ਬੰਦਾ ਰੱਖਿਆ ਹੁੰਦਾ ਸੀ। ਜੇ ਕੋਈ ਲੋਕ ਬੁਲਾਉਣਾ, ਤੁਸੀਂ ਕੌਣ ਹੋ, ਕਿੱਥੇ ਆਏ ਹੋ, ਸਾਰਿਆਂ ਨੇ ਚਿੱਟੇ ਕੱਪੜੇ ਪਾਏ ਨੇ, ਇੱਕ ਪ੍ਰਭਾਵ ਸੀ ਵੱਖਰਾ ਉਸ ਕਾਫਲੇ ਦਾ। ਉਹ ਇੱਕ ਸਿੱਖ ਰੱਖਿਆ ਹੁੰਦਾ ਸੀ ਸਿਰਫ, ਉਹਨਾਂ ਨੇ ਸਿਰਫ ਉਹੀ ਆਨਸਰ ਦਿੰਦਾ ਸੀ ਉਹਨਾਂ ਨੂੰ ਕਿ ਅਸੀਂ ਨਾਮਧਾਰੀ ਹਾਂ, ਭੈਣੀ ਸਾਹਿਬ ਤੋਂ ਹਾਂ, ਕਿੱਥੇ ਚੱਲੇ ਹਾਂ, ਕੀ ਆਏ ਹਾਂ। ਜਾਂ ਕਿਸੇ ਨੂੰ ਪੁੱਛਣਾ ਹੋਵੇ ਕਿ ਅਸੀਂ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣਾ, ਕਿੱਧਰੋਂ ਜਾ ਸਕਦੇ ਹਾਂ, ਕੋਈ ਰਸਤਾ ਪੁੱਛਣ ਲਈ, ਸਾਰੇ ਕਾਫਲੇ 'ਚੋਂ ਇੱਕ ਸਿੱਖ ਵੱਖਰਾ ਹੁੰਦਾ ਸੀ। ਉਹ ਲੋਕਾਂ ਨਾਲ ਗੱਲਾਂ ਕਰਦਾ ਸੀ, ਬਾਕੀ ਕੋਈ ਵੀ ਨਾਮਧਾਰੀ ਕਿਸੇ ਨਾਲ ਗੱਲ ਨਹੀਂ ਸੀ ਕਰਦਾ। ਉਹ ਗੱਲ ਨਹੀਂ ਸੀ ਕਰਦਾ। ਸ਼ਾਮ ਨੂੰ ਜਦੋਂ ਪ੍ਰਸ਼ਾਦਾ ਛਕਣ ਲੱਗਣਾ ਅਤੇ ਉਹ ਸਿੱਖਾਂ ਨੇ ਆਖਣਾ, ਭਾਈ ਸਿੱਖਾ ਤੂੰ ਲੋਕਾਂ ਨਾਲ ਗੱਲਾਂ ਕਰਦਾ ਰਿਹਾ, ਇਸ ਕਰਕੇ ਤੂੰ ਵੀ ਇਸ਼ਨਾਨ ਕਰਕੇ ਆ, ਫਿਰ ਸਾਡੇ ਨਾਲ ਬਹਿ ਕੇ ਪ੍ਰਸ਼ਾਦਾ ਛਕੀ। ਉਹ ਬਹੁਤ ਸਖਤ ਮਰਜ਼ਾਦਾ ਸੀ ਉਹਨਾਂ ਦੀ। ਉਹ ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ ਉਹ ਕਾਫੀ ਵੱਡਾ ਹੌਲੀ ਹੌਲੀ ਜਥਾ ਹੁੰਦਾ ਗਿਆ, ਬਹੁਤ ਸਿੱਖ ਉਹਨਾਂ ਦੇ ਨਾਲ ਜੁੜ ਗਏ ਇਸ ਮਰਜ਼ਾਦਾ ਨੂੰ ਧਾਰਨ ਕਰਨ ਵਾਸਤੇ। ਸੱਚ ਪਾਤਸ਼ਾਹ ਜੀ ਬਖਸ਼ਿਸ਼ ਰੱਖਣ, ਸਤਿਗੁਰਾਂ ਦੇ ਨਾਲ ਐਸੇ ਸਿੱਖ, ਸਤਿਗੁਰੂ ਰਾਮ ਸਿੰਘ ਜੀ ਇੱਕ ਪਿੰਡ ਵਿੱਚ ਗਏ, ਨਾਲ ਕੁਝ ਸਰੀਰ ਸਨ ਜਿਹੜੇ, ਕੁਝ ਸਰੀਰਾਂ ਵਿੱਚੋਂ ਇੱਕ ਸੰਤ ਸਨ ਜਿਹੜੇ ਉਹ ਨਾ ਪਹੁੰਚੇ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਵੀ ਉਹ ਸੰਤ ਕਿਉਂ ਨਹੀਂ ਆਏ, ਉਹਨਾਂ ਦਾ ਨਾਂ ਲੈ ਕੇ ਪੁੱਛਿਆ। ਜਦੋਂ ਉਹਨਾਂ ਨੇ ਆਖਿਆ ਜੀ ਉਹ ਤਾਂ ਪਿਛਲੇ ਪਿੰਡ ਰੁਕ ਗਏ ਨੇ ਸ਼ਾਇਦ, ਉਹ ਥੋੜ੍ਹੀ ਦੇਰ ਬਾਅਦ ਪਹੁੰਚੇ। ਅਤੇ ਸੱਚ ਪਾਤਸ਼ਾਹ ਸਿੱਖਾਂ ਨੇ ਆਖਿਆ ਵੀ ਸਤਿਗੁਰੂ ਜੀ ਤੁਹਾਨੂੰ ਯਾਦ ਕਰਦੇ ਸਨ, ਤੁਸੀਂ ਕਿਉਂ ਲੇਟ ਆਏ। ਉਹਨਾਂ ਨੇ ਦੱਸਿਆ ਕਿ ਅਸੀਂ ਨਾ ਪਿਛਲੇ ਪਿੰਡ ਵਿੱਚ ਰੁਕ ਗਏ ਸੀਗੇ। ਉਹ ਕਹਿੰਦੇ ਜੀ ਪਿੰਡ ਵਿੱਚ ਕਿਉਂ ਰੁਕੇ। ਉਹ ਕਹਿੰਦੇ ਅਸੀਂ ਪਿਛਲੇ ਪਿੰਡ ਵਿੱਚ 2 ਸਾਧ ਸਾਂ, ਉੱਥੇ ਦਰਖਤ ਥੱਲੇ ਰੁਕ ਕੇ ਬੰਦਗੀ ਕਰਦੇ ਸਾਂ ਅਤੇ ਉਸ ਦਰਖਤ ਥੱਲੇ ਰੁਕੇ ਸਾਂ ਆਪਣਾ। ਜਦੋਂ ਇਹ ਗੱਲ ਹੋਈ, ਸਿੱਖਾਂ ਨੇ ਆਖਿਆ ਐਵੇਂ ਮਾਰਦਾ ਗੱਲਾਂ ਪਿਛਲੇ ਜਨਮ ਦੀਆਂ ਕਿ ਮੈਂ ਇੱਥੇ ਲੁਕ ਕੇ ਸਾਧ ਆਪਣੇ ਆਪ ਨੂੰ ਆਪਣੀ ਵਡਿਆਈ ਕਰਦਾ ਆ। ਇਹ ਸੱਚ ਪਾਤਸ਼ਾਹ ਜੀ ਕਿਰਪਾ ਕਰਨ। ਸਤਿਗੁਰੂ ਰਾਮ ਸਿੰਘ ਜੀ ਨੂੰ ਜਦੋਂ ਦੱਸਿਆ, ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕੋਈ ਗੱਲ ਨਹੀਂ, ਜਾ ਕੇ ਪੁੱਛ ਲਵੋ, ਪਤਾ ਕਰ ਲਓ ਇਸ ਗੱਲ ਦਾ। ਸਿੱਖ ਗਏ, ਜਾ ਕੇ ਉਹ ਦਰਖਤ ਥੱਲੇ ਸੰਤਾਂ ਨੇ ਆਖਿਆ ਵੀ ਇਹ ਥਾਂ ਪੁੱਟੋ। ਉਹ ਥਾਂ ਪੁੱਟਿਆ, ਥੱਲਿਓਂ ਕੁਝ ਕੋਲੀਆਂ ਲੱਕੜ ਦੀਆਂ ਨਾ ਮਿੱਟੀ ਦੀਆਂ ਬਣੀਆਂ ਹੁੰਦੀਆਂ ਭਾਂਡੇ ਜਿਹੜੇ ਸਨ ਉਹ ਨਿਕਲੇ, ਉਹ ਚਿੱਪੀਆਂ ਨਿਕਲੀਆਂ, ਟੁੱਟੇ ਹੋਏ ਬਰਤਨ ਨਿਕਲੇ। ਫਿਰ ਉਹਨਾਂ ਨੇ ਕਿਹਾ ਜੀ ਪਿੰਡ ਵਿੱਚ ਜਾਓ, ਸਿੱਖ ਪਿੰਡ ਵਿੱਚ ਭੇਜੇ। ਉੱਥੇ ਜਾ ਕੇ ਪਿੰਡ ਵਿੱਚ ਕੀ ਦੇਖਦੇ ਨੇ, ਕੋਈ ਬਜ਼ੁਰਗ ਲੱਭਿਆ। ਉਸ ਬਜ਼ੁਰਗ ਨੂੰ ਪੁੱਛਿਆ ਕਿ ਇਸ ਬੋਹੜ ਥੱਲੇ ਕੋਈ ਬੰਦਗੀ ਕਰਦਾ ਹੁੰਦਾ ਸੀ। ਉਸ ਬਜ਼ੁਰਗ ਨੇ ਦੱਸਿਆ ਕਿ ਮੈਂ ਬਹੁਤ ਛੋਟਾ ਸੀ, ਮੈਂ 1-2 ਵਾਰੀ ਵੇਖੇ ਨੇ, ਅਤੇ ਸਾਡੇ ਵੱਡੇ ਵਡੇਰੇ ਦੱਸਦੇ ਸੀ ਵੀ ਇਸ ਬੋਹੜ ਥੱਲੇ ਜਾਂ ਇਹ ਦਰਖਤ ਥੱਲੇ ਬੈਠ ਕੇ 2 ਸਾਧ ਬੰਦਗੀ ਕਰਿਆ ਕਰਦੇ ਸਨ। ਇਹ ਇਸ ਤਰ੍ਹਾਂ ਦੇ ਸਤਿਗੁਰੂ ਰਾਮ ਸਿੰਘ ਸਿੱਖ ਸਨ ਜਿਨ੍ਹਾਂ ਨੇ ਪਿਛਲੇ ਜਨਮ ਦੀ ਸੋਝੀ ਹੋ ਗਈ, ਜਿਨ੍ਹਾਂ ਨੂੰ ਕਈ ਜਨਮਾਂ ਦੀ ਸੋਝੀ ਹੋ ਗਈ ਸੀ। ਉਹ ਸੱਚ ਪਾਤਸ਼ਾਹ ਦੇ ਆਣ ਕੇ ਚਰਨਾਂ ਵਿੱਚ ਜੁੜਦੇ ਨੇ। ਉਹ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਸਿੱਖੀ ਨੂੰ ਪ੍ਰਾਪਤ ਕਰਕੇ ਸਿੱਖ ਸੱਜਦੇ ਨੇ। ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ 'ਚ ਨੇ ਇੱਕ ਬ੍ਰਾਹਮਣ ਆਇਆ। ਉਹ ਬ੍ਰਾਹਮਣ ਆਣ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦਾ ਪਿਆ ਕਿ ਸਿੱਖ ਜੇ ਕੋਈ ਮੈਦਾਨ ਜਾਂਦਾ ਹੈ, ਬਸਤਰ ਲਾਹ ਕੇ ਜਾਂਦਾ ਹੈ, ਉਹ ਗੜਵਾ ਮਾਂਜਦਾ ਹੈ, ਉਹ ਫਿਰ ਇਸ਼ਨਾਨ ਕਰਦਾ ਹੈ। ਜੇ ਬਸਤਰ ਖੁੱਲ੍ਹੇ ਹੋ ਗਏ ਨੇ ਉਹ ਬਸਤਰ ਨਹੀਂ ਵਰਤਦਾ। ਜੇ ਉਹਨੇ ਜਲ ਵਰਤਣ ਜਾਣਾ ਹੈ, ਪਿਸ਼ਾਬ ਕਰਨ ਜਾਣਾ, ਤਾਂ ਉਹ ਜਲ ਵਰਤਦਾ, ਫਿਰ ਪੈਰ ਧੋਂਦਾ। ਜੇ ਚੁੱਲ੍ਹਾ ਕਰਨਾ ਤਾਂ ਜੋੜੇ ਲਾ ਕੇ ਚੁੱਲ੍ਹਾ ਕਰਨਾ। ਅੱਜ ਕੱਲ੍ਹ ਆਪਾਂ ਚੁੱਲ੍ਹਾ ਕਰ ਲੈਂਦੇ ਹਾਂ ਉਂਝ। ਸਤਿਗੁਰੂ ਪ੍ਰਤਾਪ ਸਿੰਘ ਜੀ
ਲਖਨਊ ਗਏ, ਸ਼ਾਇਦ ਬਨਾਰਸ, ਜਿਵੇਂ ਨਹੀਂ ਭੁੱਲਦਾ, ਤੇ ਬਨਾਰਸ ਗਏ ਤੇ ਉੱਥੇ ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ ਕਿ ਸੱਚ ਪਾਤਸ਼ਾਹ ਜੀ ਜਹਾਜ਼ 'ਚ ਉਤਰੇ ਤੇ ਉਸ ਟਾਈਮ ਜਹਾਜ਼ ਤੇ ਏਅਰਪੋਰਟ ਤੇ ਕੋਈ ਨਾ ਤੇ ਬਾਥਰੂਮ ਹੁੰਦੇ ਸਨ, ਕੋਈ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਸੀ। ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਜੀ ਏਅਰਪੋਰਟ 'ਚ ਹੀ ਸਾਈਡ 'ਚ ਹੋ ਕੇ ਨਾ ਥੋੜ੍ਹਾ ਦੂਰ ਜਾ ਕੇ ਤੇ ਲਘੂ ਸ਼ੰਕਾ ਭਾਵ ਉਹਨਾਂ ਨੇ ਜਲ ਵਰਤਿਆ, ਉੱਥੇ ਜਲ ਵਰਤਿਆ, ਜਲ ਵਰਤ ਕੇ ਵਾਪਸ ਆਏ, ਆਣ ਕੇ ਜੋੜਾ ਲਾ ਕੇ ਸੱਚ ਪਾਤਸ਼ਾਹ ਜੀ ਹੱਥ ਧੋਤੇ, ਚੁਲਾ ਕੀਤਾ, ਦੁਬਾਰਾ ਜੋੜਾ ਪਾਇਆ, ਫਿਰ ਹੱਥ ਧੋਤੇ ਜੋੜੇ ਵਾਲੇ। ਇੱਕ ਪੰਡਤ ਕੋਲ ਖਲੋਤਾ ਦੇਖਦਾ ਸੀ, ਬ੍ਰਾਹਮਣ, ਉਹਨੇ ਆਖਿਆ, ਕਹਿੰਦਾ ਜੀ ਇਹ ਤਾਂ ਮਰਜ਼ਾਦਾ ਸਾਡੀ ਏ, ਤੁਸੀਂ ਇਸ ਮਰਜ਼ਾਦਾ ਨੂੰ ਕਿਉਂ ਵਰਤ ਰਹੇ ਹੋ, ਤੁਸੀਂ ਸਾਡੀ ਮਰਜ਼ਾਦਾ ਖੋਹ ਲਈ। ਉਹਨੇ ਸ਼ਬਦ ਵਰਤੇ ਕਿ ਇਹ ਮਰਜ਼ਾਦਾ ਤਾਂ ਬਾਹਮਣਾਂ ਦੀ ਸੀ, ਪੰਡਤਾਂ ਦੀ ਸੀ, ਅਤੇ ਇਹ ਤਾਂ ਤੁਸੀਂ ਸਾਡੀ ਮਰਜ਼ਾਦਾ ਖੋਹ ਲਈ ਹੈ। ਸੱਚ ਭਾਵ ਕੀਤਾ, ਅਸੀਂ ਖੋਈ ਨਹੀਂ, ਇਹ ਤਾਂ ਡਿੱਗੀ ਹੋਈ ਚੁੱਕੀ ਹੈ। ਤੁਸੀਂ ਸਾਰੇ ਮਰਜ਼ਾਦਾ ਭੁੱਲ ਗਏ ਸੀ, ਇਹ ਤਾਂ ਇੰਨੀ ਪਵਿੱਤਰ ਮਰਜ਼ਾਦਾ ਸੀ ਜਿਹੜੀ ਡਿੱਗ ਗਈ ਸੀ, ਅਸੀਂ ਤਾਂ ਉਹਨੂੰ ਦੁਬਾਰਾ ਚੁੱਕਿਆ, ਅਪਣਾਇਆ ਹੈ। ਉਹ ਚੁੱਪ ਕਰ ਗਿਆ, ਕਿਉਂਕਿ ਪੰਡਤ ਵੀ ਇਹ ਇਸ ਤਰ੍ਹਾਂ ਦੀ ਮਰਜ਼ਾਦਾ ਭੁੱਲ ਗਏ ਸਨ, ਨਹੀਂ ਸਨ ਰੱਖਦੇ, ਪਰ ਪਹਿਲਾਂ ਰੱਖਦੇ ਹੁੰਦੇ ਸਨ। ਉਹੀ ਗੱਲ ਹੁਣ ਸਤਿਗੁਰੂ ਰਾਮ ਸਿੰਘ ਜੀ ਨੂੰ ਉਹ ਪੰਡਤ ਬ੍ਰਾਹਮਣ ਜਿਹੜਾ ਹੈ ਉਹ ਸਾਰਾ ਦਿਨ ਵੇਖਦਾ ਹੈ ਕਿ ਸਿੱਖ ਜਿਹੜੇ ਨੇ ਇਹ ਨਾ ਤੇ ਪੰਡਤ ਨੇ, ਨਾ ਇਹ ਬ੍ਰਾਹਮਣ ਨੇ, ਨਾ ਛਤਰੀ ਨੇ, ਪਰ ਇਹ ਕਿਸ ਤਰ੍ਹਾਂ ਦੀ ਮਰਜ਼ਾਦਾ ਧਾਰਨ ਕੀਤੀ ਹੋਈ ਉਹਨਾਂ ਨੇ। ਉਹਨੇ ਫਿਰ ਆਣ ਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਆਖਿਆ ਕਿ ਇਹ ਮਰਜ਼ਾਦਾ ਤੁਸੀਂ ਸਾਡੀ ਖੋਈ ਹੋਈ ਹੈ, ਇਹ ਤਾਂ ਸਾਡੀ ਮਰਜ਼ਾਦਾ ਆ। ਸੱਚ ਪਾਤਸ਼ਾਹ ਜੀ ਵੀ ਉਹੀ ਬਚਨ ਕੀਤਾ, ਸਤਿਗੁਰੂ ਰਾਮ ਸਿੰਘ ਜੀ, ਅਸੀਂ ਖੋਈ ਨਹੀਂ ਗੀ, ਇਹ ਤਾਂ ਡਿੱਗੀ ਹੋਈ ਚੁੱਕੀ ਹੈ, ਤੁਸੀਂ ਮਰਜ਼ਾਦਾ ਭੁੱਲ ਗਏ ਸੀ। ਅਸੀਂ ਤਾਂ ਇਹ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਆ, ਸਨਾਤਨ ਮਰਜ਼ਾਦਾ ਆ, ਅਸੀਂ ਤਾਂ ਉਹਨੂੰ ਡਿੱਗੀ ਹੋਈ ਨੂੰ ਚੁੱਕ ਕੇ ਅਪਣਾਇਆ ਆ। ਸੱਚ ਪਾਤਸ਼ਾਹ ਜੀ ਸਿੱਖ ਆਉਂਦੇ ਨੇ, ਉਹਨਾਂ ਦੀਆਂ ਮਨ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ। ਕਈ ਵਾਰ ਆਮ ਕਰਕੇ ਸਿੱਖਾਂ ਦੇ ਮਨ ਵਿੱਚ ਇਹ ਵਿਚਾਰ ਆ ਜਾਂਦੀ ਏ ਕਿ ਮੈਂ ਭਜਨ ਪੁੱਛਿਆ, ਮੈਂ ਸਿੱਖ ਸੱਜ ਗਿਆ, ਹੁਣ ਮੈਨੂੰ ਤਕਲੀਫ ਕਿਉਂ ਆਉਂਦੀ ਹੈ, ਮੈਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਸਤਿਗੁਰੂ ਰਾਮ ਸਿੰਘ ਜੀ ਕੋਲ ਸਿੱਖਾਂ ਨੇ ਆਣ ਕੇ ਇੱਕ ਦਿਨ ਅਰਜ਼ ਕੀਤੀ। ਸੱਚ ਪਾਤਸ਼ਾਹ ਜੀ ਉਸ ਸਿੱਖ ਦਾ ਨਿਵਾਰਨ ਕਰਦੇ ਨੇ, ਉਹਨੂੰ ਦੱਸਦੇ ਨੇ, ਹੁਕਮ ਕਰਦੇ ਨੇ, ਸੁੱਖ ਦੁੱਖ ਅਕਾਲ ਪੁਰਖ ਦੀ ਆਗਿਆ ਵਿੱਚ ਹੁੰਦਾ ਹੈ। ਤੁਸੀਂ ਕਦੀ ਵੀ ਇਹ ਨਹੀਂ ਸੋਚਣਾ ਕਿ ਮੈਂ ਭਜਨ ਪੁੱਛ ਲਿਆ ਅਤੇ ਮੈਨੂੰ ਹੁਣ ਦੁੱਖ ਕਿਉਂ ਹੋਇਆ। ਨਾਲ ਹੀ ਬਚਨ ਕੀਤਾ ਕਿ ਜਿਹੜਾ ਸਤਿਗੁਰ ਆ ਉਹ ਤੁਹਾਡੇ 'ਤੇ ਇਸ ਤਰ੍ਹਾਂ ਦੀ ਬਖਸ਼ਿਸ਼ ਕਰਦਾ, ਜੇ ਤੁਸੀਂ ਕੁਝ ਮਾੜਾ ਕਰਮ ਕੀਤਾ ਹੈ, ਕੋਈ ਪਾਪ ਕੀਤਾ ਹੈ, ਤੁਹਾਨੂੰ ਉਹਦੀ ਬਹੁਤ ਵੱਡੀ ਸਜ਼ਾ ਮਿਲਣੀ ਹੈ, ਉਹਨੂੰ ਛੋਟੀ ਕਰ ਦਿੰਦਾ ਹੈ। ਜੇ ਤੁਸੀਂ 100 ਕਰਮਾਂ ਦਾ ਫਲ ਪਾਉਣਾ ਸੀ ਅਤੇ ਸਤਿਗੁਰ ਤੁਹਾਨੂੰ ਇੱਕ ਕਰਮ ਦੇ ਵਿੱਚ ਹੀ ਸਾਰੇ 100 ਫਲਾਂ ਦਾ ਭੁਗਤਾਨ ਕਰਵਾ ਦਿੰਦਾ ਹੈ, ਉਹ ਪੁਗਾਏ ਦਿੰਦਾ ਹੈ। ਜਿਸ ਤਰ੍ਹਾਂ ਸੂਲੀ ਤੋਂ ਸੂਲ ਹੋ ਜਾਂਦੀ ਹੈ, ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਿੱਖਾਂ ਨੂੰ ਨਵਾਜਦੇ ਨੇ, ਉਹਨਾਂ ਨੂੰ ਦ੍ਰਿੜ ਇਰਾਦੇ ਕਰਾਉਂਦੇ ਨੇ। ਇੱਕ ਸਿੱਖ ਨੇ ਆਣ ਕੇ ਅਰਜ਼ ਕੀਤੀ, ਜੀ ਮੇਰੇ ਗੋਡੇ 'ਤੇ ਫੋੜਾ ਹੋ ਗਿਆ, ਹਟਦਾ ਨਹੀਂ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਇਹ ਫੋੜਾ ਨਹੀਂ, ਇੱਕ ਹੋਰ ਬਿਮਾਰੀ ਦਾ ਨਾਂ ਲਿਆ, ਇਹ ਤਾਂ ਉਹ ਆ। ਅਗਲੇ ਦਿਨ ਉਹ ਫੋੜਾ ਹਟ ਗਿਆ, ਦੂਸਰੀ ਬਿਮਾਰੀ ਹੋ ਗਈ, ਪਿੰਡ ਗਿਆ, ਪਿੰਡ ਜਾ ਕੇ ਉਹ ਬਿਮਾਰੀ ਠੀਕ ਨਾ ਹੋਈ, ਉਹ ਉਸ ਬਿਮਾਰੀ ਨਾਲ ਚੜ੍ਹਾਈ ਕਰ ਗਿਆ। ਸਿੱਖਾਂ ਨੇ ਆਖਿਆ, ਜੀ ਇਹ ਕੀ ਸਾਂਗ ਆ। ਸੱਚ ਭਾਵ ਕੀਤਾ, ਇਹਨੇ ਨਰਕਾਂ ਵਿੱਚ ਜਾ ਕੇ ਜਿਹੜੇ ਮਾੜੇ ਕਰਮ ਕੀਤੇ ਸਨ ਉੱਥੇ ਦੁੱਖ ਪਾਉਣਾ ਸੀ, ਉਹ ਇੱਥੇ ਹੀ ਭੁਗਤਾ ਦਿੱਤਾ ਹੈ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਕੋਲ ਹਰੀਮੰਦਰ ਦੇ ਬਾਹਰ ਖਲੋਤਿਆਂ ਇੱਕ ਸਿੱਖ ਨੇ ਅਰਜ਼ ਕੀਤੀ, ਉਹਦੇ ਲੱਤਾਂ ਵਿੱਚੋਂ ਪਾਣੀ ਵਗਦਾ ਸੀ, ਫੋੜੇ ਹੋ ਜਾਣੇ ਸਾਰੀ, ਅਤੇ ਪਾਣੀ ਵਗਣਾ, ਪੀਕ ਵਗਣੀ, ਅਤੇ ਉਹ ਵੇਖੀ ਵੀ ਨਾ ਜਾਣੀ, ਦਰਦ ਬਹੁਤ ਹੁੰਦੀ। ਉਹਨੇ ਅਰਜ਼ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਚਰਨਾਂ ਵਿੱਚ, ਇੱਥੇ ਹੀ ਸਾਡਾ ਆਹ ਹਾਲ ਆ, ਤੁਹਾਡੇ ਲੜ ਲੱਗ ਕੇ ਅੱਗੇ ਜਾ ਕੇ ਸਾਡਾ ਕੀ ਹਾਲ ਹੋਏਗਾ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਇਹ ਭੁਗਤ ਲਓ, ਇਹ ਥੋੜ੍ਹੀ ਏ, ਅੱਗੇ ਦਾ ਰਸਤਾ ਸਾਫ਼ ਹੋ ਜਾਏਗਾ, ਫਿਰ ਅੱਗੇ ਤਕਲੀਫ ਨਹੀਂ ਹੋਏਗੀ, ਇੱਥੇ ਹੀ ਭੁਗਤ ਲਓ। ਫਿਰ ਇੰਨਾ ਵੀ ਨਹੀਂ, ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਉਹਨੂੰ ਦਵਾਈ ਦਿੱਤੀ, ਉਹ ਦਵਾਈ ਦਵਾ ਕੇ ਉਹ ਵੀ ਦੁੱਖ ਜਿਹੜਾ ਸੀ ਉਹ ਕੱਟ ਦਿੱਤਾ। ਇੱਕ ਸਿੱਖ ਨੇ ਬੇਮਰਜ਼ਾਦਗੀ ਕੀਤੀ, ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ, ਉਹਨਾਂ ਨੇ ਗਲਤ ਵਿਆਹ ਕਰ ਲਿਆ। ਹੁਕਮ ਸੀ ਇਸ ਤਰ੍ਹਾਂ ਵਿਆਹ ਨਹੀਂ ਕਰਨਾ, ਗਲਤ ਵਿਆਹ ਕਰ ਲਿਆ। ਸੱਚ ਪਾਤਸ਼ਾਹ ਜੀ ਨੂੰ ਆਣ ਕੇ ਉਹਨਾਂ ਨੇ ਅਰਜ਼ ਕੀਤੀ, ਕਿਰਪਾ ਕਰੋ ਸਾਡੇ ਘਰ ਚਰਨ ਪਾਓ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਅਸੀਂ ਤੁਹਾਡੇ ਘਰੇ ਚਰਨ ਨਹੀਂ ਪਾਉਣੇ, ਤੁਸੀਂ ਗਲਤ ਵਿਆਹ ਕੀਤਾ, ਕੋਈ ਪਾਰਟੀ ਕਰ ਲਈ, ਮੰਗਣਾ ਕੀਤਾ, ਬੇਮਰਜ਼ਾਦਗੀ ਕੀਤੀ ਵਿਆਹ ਦੇ ਕੰਮ ਸਿਲਸਿਲੇ ਵਿੱਚ। ਸੱਚ ਭਾਵ ਕੀਤਾ, ਜੇ ਤੁਸੀਂ 10,000 ਡੰਨ ਭਰੋਗੇ ਤਾਂ ਮੈਂ ਤੁਹਾਡੇ ਘਰੇ ਚਰਨ ਪਾਵਾਂਗਾ। ਉਹ ਕਹਿਣ ਲੱਗਾ, ਜੀ 7 ਬਚਨ ਤੁਸੀਂ ਚਰਨ ਪਾਓ,
ਅਸੀਂ 10,000 ਡਨ ਭਰ ਦਿਆਂਗੇ। ਸਿੱਖ ਨੇ ਪ੍ਰਵਾਨ ਕਰ ਲਈ। ਸੱਚ ਪਾਤਸ਼ਾਹ ਜੀ ਘਰੇ ਗਏ, ਚਰਨ ਪਾਏ। ਉਹਨੇ ਲਿਆ ਕੇ ਸੱਚ ਪਾਤਸ਼ਾਹ ਜੀ ਦੇ ਅੱਗੇ ਚਰਨਾਂ ਵਿੱਚ 10,000 ਰੁਪਈਆ ਰੱਖ ਦਿੱਤਾ। ਇਹ ਸੱਚਪਾ ਦੇ ਉਪਦੇਸ਼ ਵਿੱਚ ਆਉਂਦਾ ਹੈ। ਉਹ ਸ਼ਾਇਦ ਉਹਨਾਂ ਦੀ ਰਿਕਾਰਡਿੰਗ ਚੱਲਦੀ ਰਹੇਗੀ। ਸੱਚਪਾ ਦੇ ਉਪਦੇਸ਼ ਵਿੱਚ ਇਸੇ ਤਰ੍ਹਾਂ ਹੀ ਆਉਂਦਾ ਹੈ ਕਿ ਉਹ ਸਿੱਖ ਨੇ ਆਣ ਕੇ ਅੱਗੇ ਰੱਖਿਆ। ਸੱਚਪਾ ਉਹਨਾਂ ਨਾਲ ਵਾਰਤਾਲਾਪ ਕਰਦੇ ਪਏ ਨੇ ਕਿ ਤੁਹਾਡੇ ਪਿਤਾ ਜੀ ਬਹੁਤ ਵਧੀਆ ਸਿੱਖ ਸਨ, ਤੁਹਾਡਾ ਫਰਜ਼ ਨਹੀਂ ਸੀ ਬਣਦਾ ਇਹ ਕੰਮ ਕਰਨਾ। ਜੇ ਹੁਣ ਤੂੰ ਪੈਸੇ ਲੈ ਕੇ ਆਇਆ ਆ। ਸੱਚ ਪਾਤਸ਼ਾਹ ਜੀ ਉਸ 10,000 ਚੋਂ 100 ਰੁਪਈਆ ਰੱਖ ਕੇ ਬਾਕੀ ਉਹਨੂੰ ਵਾਪਸ ਮੋੜ ਦਿੱਤਾ। ਸੱਚ ਭਾਵ ਕੀਤਾ ਸਾਨੂੰ ਧਿਆਨ ਰੱਖਣਾ ਪੈਂਦਾ ਤੁਹਾਡੇ ਵੱਡਿਆਂ ਦਾ। ਇਸ ਤਰ੍ਹਾਂ ਸਤਿਗੁਰ ਜਿਹੜਾ ਹੈ ਉਹ ਸਿੱਖਾਂ ਨੂੰ 10,000 ਤੋਂ ਡੰਨ ਲਾ ਕੇ ਸਿੱਖ ਭੁਗਤਣ ਵੀ ਆ ਗਿਆ, ਪੈਸੇ ਵੀ ਅੱਗੇ ਮੱਥਾ ਟੇਕ ਦਿੱਤੇ ਨੇ, ਉਹਦੇ ਵਿੱਚੋਂ ਵੀ 100 ਰੱਖ ਕੇ ਬਾਕੀ ਮੋੜ ਦਿੱਤੇ। ਸੱਚ ਭਾਵ ਕੀਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ, ਮੈਨੂੰ ਸਿੱਖ ਚਾਹੀਦੇ ਨੇ, ਸਿੱਖੀ ਵਾਲੇ ਚਾਹੀਦੇ ਨੇ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਮਨ ਜਿਹੜੇ ਨੇ ਉਹ ਦੂਰ ਨਾ ਚਲੇ ਜਾਣ, ਸੱਚ ਪਾਤਸ਼ਾਹ ਜੀ ਦੇ ਹੁਕਮਾਂ ਵਿੱਚ ਰਹਿਣ, ਸਾਡੇ ਤੋਂ ਬੇਮਰਜ਼ਾਦਗੀਆਂ ਨਾ ਹੋਣ। ਅਸੀਂ ਉਹ ਕਾਰਜ ਕਰੀਏ ਜਿਹੜੇ ਸੱਚ ਪਾਤਸ਼ਾਹ ਜੀ ਨੂੰ ਪ੍ਰਵਾਨ ਹੋਣ। ਉਹਨਾਂ ਦੇ ਘਰ ਵਿੱਚ ਅਸੀਂ ਜਿਸ ਮਰਜ਼ਾਦਾ ਨਾਲ ਪ੍ਰਵਾਨ ਹੋ ਸਕੇ ਉਸ ਮਰਜ਼ਾਦਾ ਸਾਡੇ ਤੋਂ ਕਰਵਾਉਣ। ਇਸ ਕਰਕੇ ਹੁਕਮ ਕਰਦੇ ਨੇ ਕੁਝ ਵੀ ਨਹੀਂ ਮੰਗਣਾ ਚਾਹੀਦਾ, ਇੱਕੋ ਹੀ ਅਰਦਾਸ ਕਰੋ, ਜੋ ਤੈਨੂੰ ਚੰਗਾ ਲੱਗਦਾ ਮੈਨੂੰ ਉਹੀ ਚੰਗਾ ਲੱਗੇ। ਇਸੇ ਗੱਲ ਵਿੱਚ ਹੀ ਭਲਾਈ ਹੈ, ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਚੰਗਾ ਕੀ ਅਤੇ ਮਾੜਾ ਕੀ ਹੈ। ਇੱਕ ਸਤਿਗੁਰੂ ਰਾਮ ਸਿੰਘ ਜੀ ਦੇ ਕੋਲ ਹਰਨਾਮ ਸਿੰਘ ਸਿੱਖ ਆਇਆ, ਉੱਭੇ ਵਾਲੇ ਹਰਨਾਮ ਸਿੰਘ ਜੀ। ਉਹਨਾਂ ਨੇ ਆਪਣੇ ਘਰ ਇੱਕ ਚਪੜਾਸੀ ਸੀ ਆਇਆ, ਉਹਦੀ ਤਲਵਾਰ ਖੋਲੀ, ਉਹਨੂੰ ਮਾਰਿਆ। ਤਲਵਾਰ ਵੀ ਖੋਹ ਲਈ, ਉਹਨੂੰ ਮਾਰਿਆ, ਕੁੱਟਿਆ, ਬੜਾ ਮਾੜਾ ਬੋਲਿਆ। ਉਹਨੇ ਜਾ ਕੇ ਰਾਜੇ ਨੂੰ ਸ਼ਿਕਾਇਤ ਕਰ ਦਿੱਤੀ ਕਿ ਹਰਨਾਮ ਸਿੰਘ ਨੇ ਮੈਨੂੰ ਮਾਰਿਆ ਅਤੇ ਬਹੁਤ ਮਾੜਾ ਬੋਲਿਆ, ਮੇਰੀ ਤਲਵਾਰ ਵੀ ਖੋਹ ਲਈ ਹੈ। ਰਾਜੇ ਨੇ ਹਰਨਾਮ ਸਿੰਘ ਨੂੰ ਸੱਦ ਲਿਆ, ਸੱਦ ਕੇ ਉੱਤੇ ਮੁਕੱਦਮਾ ਚਲਾਇਆ ਅਤੇ ਉਹਨੂੰ ਸਜ਼ਾ ਇਹ ਸੁਣਾਈ ਕਿ ਇਹਨੂੰ ਕਾਲ ਕੋਠੜੀ 'ਚ ਬੰਦ ਕਰ ਦਿਓ। ਕਾਲ ਕੋਠੜੀ 'ਚ ਬੰਦ ਕਰ ਦਿੱਤਾ ਹਰਨਾਮ ਸਿੰਘ ਨੂੰ। ਅਤੇ ਮਨ ਜਿਹੜਾ ਸੀ ਉਹ ਇੰਨਾ ਵਿਰਾਗ ਵਿੱਚ ਆ ਗਿਆ, ਉਹਨੇ ਇੱਕ ਤੁਕ ਲਈ, ਤੇਰੀ ਸਰਨ ਮੇਰੇ ਦੀਨ ਦਿਆਲਾ। ਜਦੋਂ ਇਹ ਤੁਕ ਪੜ੍ਹੀ ਅਤੇ ਬੜੇ ਵਿਰਾਗ ਵਿੱਚ ਆਣ ਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਯਾਦ ਕੀਤਾ ਅਤੇ ਸਤਿਗੁਰੂ ਰਾਮ ਸਿੰਘ ਜੀ ਕਾਲ ਕੋਠੜੀ 'ਚ ਪ੍ਰਤੱਖ ਦਰਸ਼ਨ ਦਿੱਤੇ। ਜਦੋਂ ਪ੍ਰਤੱਖ ਦਰਸ਼ਨ ਦਿੱਤੇ ਤਾਂ ਸਿੱਖ ਨੇ ਅਰਜ਼ ਕੀਤੀ, ਪਾਤਸ਼ਾਹ ਜਦੋਂ ਤੁਹਾਡੇ ਮੈਨੂੰ ਪਹਿਲਾਂ ਦਰਸ਼ਨ ਹੋਏ ਸਨ ਨਾ, ਉਸ ਦਰਸ਼ਨ ਤੋਂ ਬਾਅਦ ਸਾਰੇ ਇਲਾਕੇ ਦੇ ਲੋਕ ਸਿੱਖ ਮੇਰੀ ਗੱਲ ਮੰਨਣ ਲੱਗ ਗਏ, ਮੈਨੂੰ ਪੂਜਣ ਲੱਗ ਗਏ, ਮੈਨੂੰ ਉਹ ਗੁਰੂ ਦੇ ਸਮਾਨ ਮੰਨਣ ਲੱਗ ਗਏ, ਮੇਰੀ ਬਹੁਤ ਪੂਜਾ ਹੋਣ ਲੱਗ ਗਈ। ਅਤੇ ਜਦੋਂ ਅੱਜ ਮੈਨੂੰ ਤੁਹਾਡੇ ਦੁਬਾਰਾ ਦੂਸਰੀ ਵਾਰ ਦਰਸ਼ਨ ਹੋਏ ਨੇ, ਅੱਜ ਮੈਂ ਤੁਹਾਡੇ ਸਾਹਮਣੇ ਦੇਖ ਲਓ ਕਿੱਥੇ ਕਾਲ ਕੋਠੜੀ ਵਿੱਚ ਬੈਠਾ ਹੋਇਆ ਵਾਂ। ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ, ਇਹ ਮੇਰੀ ਰਜਾ ਆ, ਜਦੋਂ ਮੈਂ ਜਾ ਕੇ ਕਿਸੇ ਨੂੰ ਦਰਸ਼ਨ ਦਿੰਦਾ ਨਾ ਅਤੇ ਉਹਦਾ ਸਾਰੇ ਪਾਪ ਕੱਟ ਕੇ ਉਹਨੂੰ ਮੈਂ ਸੁੱਖ ਦਿੰਦਾ ਵਾਂ, ਉਹਨੂੰ ਮੈਂ ਸਾਧ ਕਰ ਦਿੰਦਾ ਹਾਂ, ਲੋਕ ਉਹਦੀ ਪੂਜਾ ਕਰਨ ਲੱਗ ਜਾਂਦੇ ਨੇ। ਪਰ ਜਦੋਂ ਮੈਂ ਕਿਸੇ ਦਾ ਵਿਛਾਉਣਾ ਚੁੱਕਣਾ ਹੋਵੇ, ਭਾਵ ਕਿਸੇ ਨੂੰ ਜਿਹੜਾ ਬੇਨਿਆਈਆਂ ਕਰਦਾ ਹੋਵੇ, ਅਤੇ ਮੈਂ ਜਦੋਂ ਉਹਨੂੰ ਦੁੱਖ, ਉਹਨੂੰ ਜਦੋਂ ਸਜ਼ਾ ਦੇਣੀ ਹੋਵੇ, ਅਤੇ ਫਿਰ ਮੈਂ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਪੈਦਾ ਕਰ ਦਿੰਦਾ ਜਿਹੜਾ ਜਾ ਕੇ ਸਾਧੂਆਂ ਨੂੰ ਤੰਗ ਕਰੇ। ਜਦੋਂ ਉਹ ਸਾਧੂਆਂ ਨੂੰ ਤੰਗ ਕਰਦਾ ਹੈ, ਫਿਰ ਉਸ ਤੋਂ ਬਾਅਦ ਮੈਂ ਉਹਨੂੰ ਦੰਡ ਦਿੰਦਾ ਵਾਂ। ਉਹ ਸਾਧੂਆਂ ਨੂੰ ਇਹ 'ਚ ਦੋ ਗੱਲਾਂ ਹੋ ਜਾਂਦੀਆਂ ਨੇ। ਇੱਕ ਤਾਂ ਜਿਹੜੇ ਸਾਧੂ ਨੇ ਉਹਨਾਂ ਦੇ ਵਿੱਚ ਆਪਣੇ ਸਤਿਗੁਰੂ ਪ੍ਰਤੀ ਕਿੰਨਾ ਵਿਸ਼ਵਾਸ ਆ ਉਹ ਪਰਖੇ ਜਾਂਦੇ ਨੇ। ਦੂਸਰਾ ਜਿਹੜੇ ਮਾੜੀ ਬਿਰਤੀ ਵਾਲੇ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਤੋਂ ਮਾੜੇ ਕਰਮ ਕਰਾ ਕੇ ਉਹਨਾਂ ਨੂੰ ਪਾਪ ਕੋ ਮਾਰਨੇ ਕੇ लिए ਪਾਪ ਮਹਾਬਲੀ ਹੈ, ਪਾਪੀ ਕੋ ਮਾਰਨੇ ਕੇ लिए ਪਾਪ ਮਹਾਬਲੀ ਹੈ। ਜਦੋਂ ਦ੍ਰੋਪਦੀ ਦੇ ਚੀਰ ਹਰਨ ਕੀਤਾ ਸੀ, ਦੁਰਯੋਧਨ ਨੇ ਕਰਵਾਇਆ ਸੀ ਸਭਾ ਵਿੱਚ, ਉਹ ਬਹੁਤ ਉਦਾਸ ਹੋਈ, ਪਾਂਡਵਾਂ ਦੇ ਨਾਲ ਬਹੁਤ ਨਾਰਾਜ਼ ਹੋਈ ਕਿ ਤੁਸੀਂ ਇੰਨੇ ਵੱਡੇ ਸ਼ਸਤਰਧਾਰੀ ਯੋਧੇ ਅਖਵਾਉਂਦੇ ਹੋ, ਤੁਹਾਡੇ ਸਾਹਮਣੇ ਕੋਈ ਖਲੋ ਨਹੀਂ ਸਕਦਾ ਅਤੇ ਤੁਸੀਂ ਮੇਰੀ ਰੱਖਿਆ ਨਹੀਂ ਕਰ ਸਕੇ। ਜੇ ਤੁਸੀਂ ਮੇਰੇ 5 ਪਤੀ, ਲੋਕਾਂ ਦੇ ਇੱਕ ਹੁੰਦੇ ਨੇ ਉਹ ਅੱਗੇ ਆਣ ਖਲੋ ਜਾਂਦੇ ਨੇ, ਮੇਰੇ 5 ਪਤੀ ਅਤੇ ਉਹ ਵੀ ਇੰਨੇ ਸੂਰਬੀਰ ਯੋਧੇ, ਅਤੇ ਤੁਸੀਂ ਤਾਂ ਵੀ ਨਹੀਂ ਮੇਰੀ ਰੱਖਿਆ ਕਰ ਸਕੇ, ਮੈਂ ਨਹੀਂ ਤੁਹਾਨੂੰ ਬੁਲਾਉਣਾ। ਕਮਰੇ 'ਚ ਬੰਦ ਕਰ ਲਿਆ। ਭਗਵਾਨ ਕ੍ਰਿਸ਼ਨ ਨੂੰ ਸੱਦਿਆ ਗਿਆ। ਭਗਵਾਨ ਕ੍ਰਿਸ਼ਨ ਜਾਂਦੇ ਨੇ, ਉਹ ਅਰਜ਼ ਕਰਦੀ ਏ
ਦ੍ਰੋਪਦੀ ਕਹਿੰਦੀ ਹੈ ਜੀ ਮੈਨੂੰ ਇਹ ਦੱਸੋ ਮੇਰਾ ਕੀ ਕਸੂਰ ਆ, ਮੈਂ ਤੇ ਕੋਈ ਪਾਪ ਨਹੀਂ ਕੀਤਾ, ਕੋਈ ਅਪਰਾਧ ਨਹੀਂ ਕੀਤਾ, ਪਰ ਮੈਨੂੰ ਇੰਨੀ ਵੱਡੀ ਸਜ਼ਾ ਕਿਉਂ ਮਿਲੀ। ਭਗਵਾਨ ਕ੍ਰਿਸ਼ਨ ਨੂੰ ਇੱਕੋ ਗੱਲ ਕਹਿੰਦੇ ਨੇ ਕਿ ਇਹਦੇ ਵਿੱਚ ਤੇਰਾ ਕੋਈ ਦੋਸ਼ ਨਹੀਂ, ਤੇਰਾ ਕੋਈ ਕਸੂਰ ਨਹੀਂ, ਤੈਨੂੰ ਕਿਸੇ ਗੱਲ ਦੀ ਸਜ਼ਾ ਨਹੀਂ ਮਿਲੀ। ਜਿਹੜਾ ਪਾਪੀ ਹੁੰਦਾ ਨਾ, ਪਾਪ ਕਰਨ ਵਾਲਾ, ਉਹ ਪਾਪ ਕਰਦਾ ਕਰਦਾ ਉਹ ਇੰਨਾ ਵੱਡਾ ਪਾਪ ਕਰ ਜਾਂਦਾ ਹੈ ਕਿ ਉਹਨੂੰ ਵੀ ਕਈ ਵਾਰ ਸਮਝ ਨਹੀਂ ਆਉਂਦੀ ਕਿ ਮੇਰੇ ਤੋਂ ਆਹ ਕੀ ਹੋ ਗਿਆ। ਫਿਰ ਉਹਦੇ ਉਸ ਪਾਪ ਨਾਲ ਹੀ ਉਹਨਾਂ ਘੜਾ ਭਰ ਜਾਂਦਾ ਹੈ, ਟੁੱਟ ਜਾਂਦਾ ਹੈ, ਅਤੇ ਉਹਨੂੰ ਸਜ਼ਾਵਾਂ ਮਿਲਦੀਆਂ ਨੇ। ਇਸ ਕਰਕੇ ਉਹਦਾ ਅਖੀਰਲਾ ਪਾਪ ਹੈ ਜਿਹੜਾ ਉਹਨੇ ਕੀਤਾ, ਦੁਰਯੋਧਨ ਨੇ, ਇਹ ਸਭ ਤੋਂ ਵੱਡਾ ਪਾਪ ਕੀਤਾ। ਹੁਣ ਇਸ ਤੋਂ ਬਾਅਦ ਉਹਦਾ ਉਲਟੀ ਗਿਣਤੀ, ਆਪਾਂ ਕਹਿ ਸਕਦੇ ਹਾਂ ਵੀ ਉਲਟੀ ਗਿਣਤੀ ਸ਼ੁਰੂ ਹੋ ਗਈ ਉਹਦੀ। ਸਤਿਗੁਰੂ ਜਗਜੀਤ ਸਿੰਘ ਜੀ ਨੂੰ ਇੱਕ ਦਿਨ ਇੱਕ ਸਿੱਖ ਨੇ ਅਰਜ਼ ਕੀਤੀ। ਸੰਤ ਦਿਆਲ ਸਿੰਘ ਜੀ ਭੈਣੀ ਸਾਹਿਬ ਦੇ ਪ੍ਰਬੰਧਕ ਸਨ, ਮੈਂ ਆਪ ਵੀ ਵੇਖਿਆ ਉਹਨਾਂ ਨੂੰ। ਉਹਨੇ ਆਖਿਆ ਜੀ ਦਿਆਲ ਸਿੰਘ ਜੀ ਆਹ ਕੰਮ ਕਰਦੇ ਨੇ ਮਾੜਾ, ਆਹ ਕਰਦੇ ਨੇ, ਉਹ ਕਰਦੇ ਨੇ। ਉਹਨੇ ਬੜਾ ਕੁਝ ਆਖਿਆ ਇਸ ਤਰ੍ਹਾਂ ਦਾ। ਅਤੇ ਉਹ ਕਹਿੰਦਾ ਜੀ ਆਪ ਜੀ ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦੇ। ਸਤਿਗੁਰੂ ਜਗਜੀਤ ਸਿੰਘ ਜੀ ਇੱਕ ਬਚਨ ਕੀਤਾ। ਜਦੋਂ ਉਹਨੇ ਇੰਨੀ ਗੱਲ ਕੀਤੀ ਨਾ ਸਿੱਖ ਨੇ, ਇੰਨੀ ਗੱਲ ਕਰਕੇ ਤੇ ਉਹਨੇ ਸਿਰ ਨੀਵਾਂ ਕਰ ਲਿਆ ਹੱਥ ਜੋੜ ਕੇ। ਕਹਿੰਦਾ ਜੀ ਬਖਸ਼ਿਸ਼ ਕਰੋ, ਉਹ ਇੰਨੀਆਂ ਬੇਨੀਆਂ ਕਰਦੇ ਨੇ, ਉਹਨੂੰ ਵੀ ਐਵੇਂ ਕਰਤਾ। ਬਹੁਤ ਅਰਜ਼ਾਂ ਕੀਤੀਆਂ ਉਹਨੇ, ਉਹਦਾ ਸਿਰ ਨੀਵਾਂ ਸੀ। ਸੰਤ ਨਾਜਰ ਸਿੰਘ ਜੀ ਸੱਚ ਪਾਤਸ਼ਾਹੀ ਦੇ ਚੌਰ ਵੀ ਕਰਦੇ ਰਹੇ, ਉਹ ਕੋਲ ਖੜੇ ਸਨ। ਉਹਨਾਂ ਨੇ ਇਹ ਬਚਨ ਦੱਸਿਆ। ਉਹ ਕਹਿੰਦੇ ਵੀ ਸੱਚ ਪਾਤਸ਼ਾਹ ਜੀ ਇੱਕ ਬਚਨ ਕੀਤਾ ਇਸ਼ਾਰੇ ਨਾਲ। ਉਹ ਸਿੱਖ ਦਾ ਸਿਰ ਨੀਵਾਂ ਸੀ, ਉਹਨੇ ਤਾਂ ਦੇਖਿਆ ਨਹੀਂ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਉੱਪਰੋਂ ਮੂੰਹ ਸਿਰਫ ਇੰਨਾ ਆ ਅਤੇ ਥੱਲਿਓਂ ਭਾਂਡਾ ਖੁੱਲ੍ਹਾ ਹੋਇਆ ਆ। ਸੱਚ ਭਾਵ ਕੀਤਾ ਕਿ ਜਦੋਂ ਉਹ ਇੰਨੀਆਂ ਗਲਤੀਆਂ ਕਰਦਾ ਆ ਅਤੇ ਤੁਸੀਂ ਨਿੰਦਿਆ ਕਰਕੇ ਥੱਲਿਓਂ ਉਹਦਾ ਘੜਾ ਭਰਨ ਹੀ ਨਹੀਂ ਦਿੰਦੇ, ਅਤੇ ਮੈਂ ਦੱਸੋ ਉਹਨੂੰ ਕਿਵੇਂ ਕੱਢਾਂ। ਤੁਸੀਂ ਚੁੱਪ ਕਰ ਜਾਓ, ਘੜਾ ਭਰ ਜੇ ਮੈਂ ਸਵੇਰੇ ਕੱਢ ਦਿਆਂ। ਇਸ ਕਰਕੇ ਸਾਧ ਸੰਗਤ ਜੀ, ਸੱਚ ਪਾਤਸ਼ਾਹ ਜੀ ਕਿਰਪਾ ਕਰਨ। ਅਸੀਂ ਜਦੋਂ ਨਿੰਦਿਆ ਕਰਦੇ ਹਾਂ, ਸਾਡੇ ਕੋਲੋਂ ਸਾਨੂੰ ਪਤਾ ਹੀ ਨਹੀਂ, ਗੱਲ ਸੁਣੀ ਨਹੀਂ, ਸੁਣੀ ਸੁਣਾਈ ਗੱਲ ਨੂੰ ਅਸੀਂ ਐਸਾ ਕਮਾ ਕੇ ਇੰਨੇ ਸਵਾਦਾਂ ਨਾਲ ਕਰਦੇ ਹਾਂ। ਇੱਕ ਹੁੰਦਾ ਆ ਇਹ 'ਚ ਨਿੰਦਿਆ 'ਚ ਇਹ ਗੱਲ ਆ ਜਾਂਦੀ ਹੈ ਕਿ ਸੱਚੀ ਗੱਲ ਨੂੰ ਵੀ ਕਈ ਵਾਰ ਆਖਿਆ ਜਾਂਦਾ ਕਿ ਇਹ ਨਿੰਦਿਆ ਆ, ਪਰ ਉਹ ਨਿੰਦਿਆ ਸੱਚੀ ਵੀ ਨਿੰਦਿਆ ਕਦੋਂ ਹੋ ਜਾਂਦੀ ਹੈ? ਜਦੋਂ ਤੁਸੀਂ ਉਸ ਗੱਲ ਦਾ ਸਵਾਦ ਲੈ ਕੇ ਉਸ ਗੱਲ ਨੂੰ ਬਾਰ-ਬਾਰ ਦੁਬਾਰਾ ਕਰਦੇ ਹੋ। ਇੱਕ ਤਾਂ ਵੈਸੇ ਜਾਣਕਾਰੀ ਵਜੋਂ ਇੱਕ ਦੂਜੇ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ ਫਲਾਣੀ ਥਾਂ 'ਤੇ ਆਹ ਕੰਮ ਹੋਇਆ, ਬਹੁਤ ਮਾੜਾ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ, ਜਾਂ ਫਲਾਣੇ ਸਿੱਖ ਨੇ ਫਲਾਣੀ ਗਲਤੀ ਕੀਤੀ ਹੈ, ਨਹੀਂ ਸੀ ਕਰਨੀ ਚਾਹੀਦੀ। ਉਹ ਇੱਕ ਸਧਾਰਨ ਗੱਲ ਆ। ਪਰ ਜਦੋਂ ਉਸੇ ਗੱਲ ਨੂੰ ਅਸੀਂ ਕਦੀ ਉਹਨੂੰ ਫੋਨ ਕਰ, ਕਦੀ ਉਹਨੂੰ ਫੋਨ ਕਰ, ਅਸੀਂ ਫੋਨ ਕਰਕੇ ਅਸੀਂ ਉਹਦੇ ਸਵਾਦ ਲੈਂਦੇ ਹਾਂ ਗੱਲਾਂ ਦੇ, ਉਦੋਂ ਉਹੀ ਗੱਲ ਜਿਹੜੀ ਹੈ ਉਹ ਨਿੰਦਿਆ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿੰਨਾ ਚਿਰ ਤੁਸੀਂ ਸਿਰਫ ਨੋਰਮਲ ਢੰਗ ਨਾਲ ਗੱਲ ਕਰਦੇ ਹੋ, ਦੁਖੀ ਨਾਲ ਗੱਲ ਕਰਦੇ ਹੋ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਸਾਡੇ ਪੰਥ ਵਿੱਚ, ਸਾਡੇ ਕਿਸੇ ਵੀ ਸਿੱਖ ਤੋਂ ਇਸ ਤਰ੍ਹਾਂ ਦੀ ਬੇਨਿਆਈ ਨਹੀਂ ਸੀ ਕਰਨੀ ਚਾਹੀਦੀ ਉਹਨੂੰ, ਉਹਨਾਂ ਚਿਰ ਉਹ ਠੀਕ ਹੈ। ਇੱਕ ਜਦੋਂ ਸੁਣੀ ਵੀ ਨਹੀਂ, ਇੱਕ ਗੱਲ ਉਹਨੇ ਆਖੀ ਕੋਲੋਂ, ਇੱਕ ਆਪਣੇ ਕੋਲੋਂ ਲਾ ਦਿੱਤੀ। ਜਦੋਂ ਅਸੀਂ ਆਪਣੇ ਕੋਲੋਂ ਐਡ ਕਰਦੇ ਹਾਂ ਸਵਾਦ ਲੈਣ ਵਾਸਤੇ, ਸਾਡੇ ਸ਼ਬਦਾਵਲੀ ਵਿੱਚ ਸ਼ਬਦ ਨਵੇਂ ਐਡ ਹੋ ਜਾਂਦੇ ਨੇ। ਉਹ ਇਸ ਤਰ੍ਹਾਂ ਦੀ ਗੱਲ ਐਡ ਹੁੰਦੀ ਉਹ ਨਿੰਦਿਆ ਦਾ ਰੂਪ ਧਾਰਨ ਕਰ ਲੈਂਦੀ ਹੈ। ਗੱਲ ਸੱਚੀ ਥੋੜ੍ਹੀ ਜਿਹੀ ਰਹਿ ਜਾਂਦੀ ਹੈ, ਝੂਠ ਉਹਦੇ ਵਿੱਚ ਜ਼ਿਆਦਾ ਵੱਧ ਜਾਂਦਾ ਹੈ। ਇਸ ਕਰਕੇ ਸੱਚ ਪਾਤਸ਼ਾਹ ਜੀ ਕਿਰਪਾ ਰੱਖਣ ਕਿ ਇਹ ਜਿਹੜੇ ਕਰਮ ਨੇ ਨਾ, ਸਾਡੇ ਤੋਂ ਇਸ ਤਰ੍ਹਾਂ ਦੇ ਨਾ ਕਰਵਾਉਣ ਅਤੇ ਸਾਡੇ ਤੋਂ ਐਵੇਂ ਸਾਧਾਂ ਸੰਤਾਂ ਦੀ ਨਿੰਦਿਆ ਨਾ ਹੋਵੇ। ਬਖਸ਼ਿਸ਼ ਰੱਖਣ ਸਾਡੇ 'ਤੇ। ਇੱਕ ਗੁਲਾਬ ਸਿੰਘ ਸੀ, ਸਤਿਗੁਰੂ ਰਾਮ ਸਿੰਘ ਜੀ ਉਸ ਨੂੰ ਆਪਣੀ ਹੱਟੀ ਵਿੱਚ ਰੱਖਿਆ ਹੋਇਆ ਸੀ। ਮੈਂ ਅੱਗੇ ਵੀ ਅਰਜ਼ ਕੀਤੀ ਸੀ ਨਾ, ਸਤਿਗੁਰੂ ਰਾਮ ਸਿੰਘ ਜੀ ਆਪਣੇ ਘਰ ਦਾ ਖਰਚਾ ਉਸ ਹੱਟੀ ਤੋਂ ਕਰਿਆ ਕਰਦੇ ਸਨ। ਗੁਲਾਬ ਸਿੰਘ ਆਇਆ, ਸਤਿਗੁਰੂ ਰਾਮ ਸਿੰਘ ਜੀ ਨੇ ਉਹਨੂੰ ਹੱਟੀ ਵਿੱਚ ਲਾ ਦਿੱਤਾ ਵੀ ਤੂੰ ਇਸ ਦੁਕਾਨ ਦਾ ਸਮਾਨ ਦਾ ਸੰਭਾਲ ਕਰ, ਫਲਾਣੀ ਥਾਂ ਤੋਂ ਸਮਾਨ ਲੈ ਕੇ ਆ, ਇੰਨਾ ਫਲਾਣੀ ਥਾਂ 'ਤੇ ਜਾ ਕੇ ਵੇਚ। ਉਹ ਉਸ ਦੁਕਾਨ 'ਤੇ ਬੈਠਾ ਹੁੰਦਾ ਸੀ। ਇੱਕ ਦਿਨ ਉਹਨੇ ਉਸ ਦੁਕਾਨ ਦੇ ਵਿੱਚੋਂ ਕੁਝ ਚੋਰੀ ਕਰ ਲਿਆ। ਸਤਿਗੁਰੂ ਰਾਮ ਸਿੰਘ ਜੀ ਪੁੱਛਿਆ, ਉਹ ਸਿੱਖ ਅੱਗੋਂ ਮੁੱਕਰ ਗਿਆ, ਕਹਿੰਦਾ ਨਹੀਂ ਜੀ ਮੈਂ ਕੋਈ ਚੋਰੀ ਨਹੀਂ ਕੀਤੀ। ਸੱਚ ਭਾਗੂ ਕੀਤਾ ਉਹਨੂੰ ਕਿ ਤੂੰ ਜੇ ਨਹੀਂ ਕੋਈ ਚੋਰੀ ਕੀਤੀ, ਤੂੰ ਆਪਣੇ ਸਿਰ 'ਤੇ ਗ੍ਰੰਥ ਸਾਹਿਬ ਚੁੱਕ ਸਕਦਾ ਆ? ਉਹ ਕਹਿੰਦਾ ਜੀ ਮੈਂ ਚੁੱਕ ਲਵਾਂਗਾ, ਮੈਂ ਕੋਈ ਚੋਰੀ ਨਹੀਂ ਕੀਤੀ। ਜਦੋਂ ਉਹਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਉਹਨੇ ਅਰਜ਼ ਕਰ ਦਿੱਤੀ, ਫਿਰ ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਵੀ ਠੀਕ ਹੈ ਜਾ। ਉਹ ਜਾ ਕੇ ਗ੍ਰੰਥ ਸਾਹਿਬ ਆਪਣੇ ਸਿਰ 'ਤੇ ਚੁੱਕ ਕੇ ਉਹਨੇ ਕਹਿ ਦਿੱਤਾ ਜੀ ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਕੁਝ ਨਹੀਂ ਕੱਢਿਆ ਹੱਟੀ ਵਿੱਚੋਂ, ਦੁਕਾਨ ਵਿੱਚੋਂ। ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਅਤੇ ਸੱਚ ਪਾਤਸ਼ਾਹ ਜੀ ਇੱਕ ਸਿੱਖਾਂ ਨੂੰ ਸਮਝਾਉਣਾ ਸੀ, ਕਿਉਂਕਿ ਉਹ ਝੂਠ ਵੀ ਬੋਲ ਗਿਆ। ਫਿਰ ਸੱਚ ਪਾਤਸ਼ਾਹ ਜੀ ਸ਼ਹੀਦ ਸਿੰਘਾਂ ਨੇ ਐਸੀ ਖੇਡ ਵਰਤਾਈ ਕਿ ਉਹਦੇ ਸਰੀਰ ਨੂੰ
ਅਗਨੀ ਲੱਗਣ ਲੱਗ ਗਈ, ਜਿਹਨੂੰ ਆਪਾਂ ਕਹਿ ਦਿੰਦੇ ਨਾ ਵੀ ਮੇਰੇ ਬਹੁਤ ਤਪਸ਼ ਪੈਦਾ ਹੋ ਰਹੀ ਹੈ, ਮੇਰੇ ਤੋਂ ਸਹਾਰ ਹੀ ਨਹੀਂ ਜਾਂਦੀ, ਐਸੀ ਅਗਨੀ ਲੱਗ ਗਈ ਸਰੀਰ ਨੂੰ। ਉਹ ਬਹੁਤ ਡਰਿਆ। ਖਾਧੀ ਤੇ ਸਹੁੰ ਝੂਠੀ ਸੀ ਉਹਨੇ, ਸੱਚ ਪਾਤਸ਼ਾਹ ਦੇ ਸਾਹਮਣੇ ਨਾ ਆਵੇ, ਪਰ ਸੱਚ ਪਾਤਸ਼ਾਹ ਜੀ ਵੀ ਗੁੱਸੇ ਵਿੱਚ ਆਣ ਕੇ ਬਚਨ ਕੀਤਾ, ਜਾ ਤੇਰੀਆਂ ਜੜ੍ਹਾਂ ਪੱਟੀਆਂ ਜਾਣ, ਤੂੰ ਝੂਠ ਬੋਲਿਆ। ਜਦੋਂ ਇਸ ਤਰ੍ਹਾਂ ਦੀ ਗੱਲ ਹੋਈ, ਸਿੱਖ ਡਰ ਗਿਆ, ਸੱਚਪਾ ਦੇ ਸਾਹਮਣੇ ਨਹੀਂ ਜਾਂਦਾ। ਫਿਰ ਉਹ ਜਾ ਕੇ ਬਾਬਾ ਜਵਾਹਰ ਸਿੰਘ ਜੀ ਨੂੰ ਅਰਜ਼ ਕਰਦਾ, ਕਿਉਂਕਿ ਬਾਬਾ ਜਵਾਹਰ ਸਿੰਘ ਜੀ ਉਹ ਸਨ ਜਿਨ੍ਹਾਂ ਤੋਂ ਸਤਿਗੁਰੂ ਰਾਮ ਸਿੰਘ ਜੀ ਅੰਮ੍ਰਿਤ ਛਕਿਆ ਸੀ। ਸੱਚ ਪਾਤਸ਼ਾਹ ਜੀ ਉਹਨਾਂ ਦੇ ਆਇਆਂ ਸੰਗਤ ਵਿੱਚ ਖੜ੍ਹੇ ਹੋ ਜਾਂਦੇ ਸਨ। ਸੱਚ ਪਾਤਸ਼ਾਹ ਜੀ ਬਹੁਤ ਸਤਿਕਾਰ ਕਰਦੇ ਸਨ ਬਾਬਾ ਜਵਾਹਰ ਸਿੰਘ ਜੀ ਦਾ। ਉਹ ਉਹਨਾਂ ਦੇ ਕੋਲ ਜਾ ਕੇ ਅਰਜ਼ ਕਰਦਾ, ਸੰਤ ਜੀ, ਬਾਬਾ ਜੀ ਮੇਰੇ ਤੋਂ ਗਲਤੀ ਹੋ ਗਈ ਹੈ, ਅਤੇ ਮੈਂ ਤਾਂ ਹੁਣ ਮੈਨੂੰ ਤਾਂ ਐਸੀ ਅਗਨੀ ਲੱਗੀ ਹੈ, ਉਹ ਬੁਝਦੀ ਨਹੀਂ ਪਈ, ਮੈਂ ਝੂਠ ਮਾਰ ਬਿਠਾ ਵਾਂ ਪਾਤਸ਼ਾਹ ਜੀ ਦੇ ਕੋਲ, ਕਿਰਪਾ ਕਰਕੇ ਮੈਨੂੰ ਬਖਸ਼ਾਓ। ਬਾਬਾ ਜਵਾਹਰ ਸਿੰਘ ਜੀ ਜਾ ਕੇ ਸਤਿਗੁਰੂ ਰਾਮ ਸਿੰਘ ਜੀ ਦੇ ਚਰਨਾਂ ਵਿੱਚ ਖਲੋ ਕੇ ਆਪਣਾ ਦਾੜਾ ਹੱਥ 'ਚ ਫੜ ਲੈਂਦੇ ਹੁੰਦੇ ਸਨ। ਉਹਨਾਂ ਦਾੜਾ ਬਹੁਤ ਲੰਮਾ ਸੀ। ਸਤਿਗੁਰੂ ਪ੍ਰਤਾਪ ਸਿੰਘ ਦੇ ਦੇਸ਼ ਵਿੱਚ ਵੀ ਆਉਂਦਾ ਕਿ ਉਹਨਾਂ ਨੇ ਦਾੜਾ ਫੜ ਕੇ ਆਪਣਾ ਤੇ ਸੱਚਪਾ ਦੇ ਚਰਨਾਂ ਜਾ ਕੇ ਖਲੋ ਜਾਣਾ, ਅਰਜ਼ ਕਰਨੀ, ਗਰੀਬ ਨਵਾਜ਼ ਜੀ ਤੁਸੀਂ ਤੇ ਦੀਨ ਦਿਆਲ ਹੋ, ਬਖਸ਼ਣਹਾਰ ਹੋ, ਬਖਸ਼ੋ, ਕਿਰਪਾ ਕਰੋ, ਸਿੱਖ ਤੇ ਭੁੱਲਣਹਾਰ ਨੇ, ਕਿਰਪਾ ਕਰੋ ਇਹਨਾਂ ਨੂੰ ਬਖਸ਼ੋ। ਜਦੋਂ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਅਰਜ਼ ਕੀਤੀ ਤੇ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ, ਬਾਬਾ ਤੇਰੀ ਦਇਆ ਦੇ ਪੱਟੇ ਅਸੀਂ ਕੁਝ ਨਹੀਂ ਆਖਦੇ, ਜਾ ਬਖਸ਼ਿਆ ਇਹਨੂੰ। ਸੱਚ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰੋ ਕਿ ਤੁਹਾਡੇ ਨਾਲ ਬਾਅਦ 'ਚੋਂ ਮੇਰੇ ਸਾਹਮਣੇ ਕਿਉਂ ਮੁੱਕਰਦੇ ਹੋ। ਕਿਉਂਕਿ ਜਦੋਂ ਪਤਾ ਹੈ ਸਤਿਗੁਰ ਅੰਤਰਜਾਮੀ ਹੈ, ਸੱਚ ਪਾਤਸ਼ਾਹ ਜੀ ਨੂੰ ਸਭ ਪਤਾ ਆ, ਉਹਨਾਂ ਨੂੰ ਅੰਤਰਜਾਮੀ ਨੇ, ਉਹ ਅੰਦਰ ਦੀ ਬੰਦੇ ਦੀ ਭਾਵਨਾ ਨੂੰ ਸਮਝ ਸਕਦੇ ਨੇ ਅਤੇ ਸਮਝਦੇ ਨੇ। ਸਿੱਖਾਂ ਨੇ ਬੜੇ ਕੌਤਕ ਅਸੀਂ ਵੀ ਦੇਖਦੇ ਹਾਂ, ਪਰ ਫਿਰ ਮਨ ਕਈ ਵਾਰ ਇਹ ਸੋਚਦਾ ਕਿ ਨਹੀਂ, ਮੈਂ ਹੀ ਸ਼ਾਇਦ ਬਹੁਤਾ ਸਿਆਣਾ ਆ, ਸਤਿਗੁਰ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ। ਜਿਹੜੀ ਉਹਦੇ ਅਗਨੀ ਲੱਗੀ ਹੋਈ ਸੀ ਸਰੀਰ ਵਿੱਚ, ਉਹ ਬੁਝ ਗਈ। ਉਸ ਤੋਂ ਬਾਅਦ ਉਹ ਸੱਚ ਪਾਤਸ਼ਾਹ ਜੀ ਨਾਰਾਜ਼ ਵੀ ਹੋਏ, ਪਰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਹੁਣ ਤੂੰ ਹੱਟੀ ਦੇ ਕੰਮ ਨਹੀਂ ਕਰਨਾ। ਉਸ ਨੂੰ ਉਸ ਹੱਟੀ ਤੋਂ ਹਟਾ ਦਿੱਤਾ। ਮਾਘੀ ਮੁਕਤਸਰ 1871 ਵਿੱਚ ਹੋਈ। ਸੱਚ ਪਾਤਸ਼ਾਹ ਜੀ ਮਾਘੀ 'ਤੇ ਦਰਸ਼ਨ ਦਿੱਤੇ। ਸਿੱਖਾਂ ਨੇ ਬੜੇ ਚਾਅ ਨਾਲ ਇਹ ਮਾਘੀ ਦਾ ਮੇਲਾ ਮਨਾਇਆ। ਇੱਥੇ ਸੱਚ ਪਾਤਸ਼ਾਹ ਜੀ ਨੂੰ ਸੇਖਵਾਂ ਵਾਲੇ ਸੰਤ ਨਰਾਇਣ ਸਿੰਘ ਜੀ ਆਣ ਕੇ ਦਰਸ਼ਨ ਕਰਦੇ ਨੇ। ਉਹ ਆਣ ਕੇ ਮਿਲਦੇ ਨੇ, ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ। ਸੇਖਵਾਂ ਵਾਲੇ ਸੰਤ ਆਏ, ਸਤਿਗੁਰੂ ਰਾਮ ਸਿੰਘ ਜੀ ਖੜ੍ਹੇ ਹੋ ਕੇ ਉਹ ਸੰਤਾਂ ਨੂੰ ਉਹਨਾਂ ਦੇ ਚਰਨੀ ਹੱਥ ਲਾਉਣ ਲੱਗੇ। ਉਹ ਬਹੁਤ ਚੰਗੀ ਬਿਰਤੀ ਦੇ ਸਾਧੂ ਸਨ, ਸੱਚੇ ਸਾਧੂ ਸਨ। ਜਦੋਂ ਇਸ ਤਰ੍ਹਾਂ ਹੋਇਆ ਤਾਂ ਉਹ ਸੰਤਾਂ ਨੇ ਵੀ ਅੱਗੋਂ ਸੱਚ ਪਾਤਸ਼ਾਹ ਜੀ ਦੇ ਹੱਥ ਫੜ ਕੇ ਅਤੇ ਆਪਣੇ ਗਲ ਨਾਲ ਲਾ ਕੇ ਅਤੇ ਜੱਫੀ ਪਾ ਲਈ। ਜੱਫੀ ਵਿੱਚ ਲੈ ਕੇ ਅਤੇ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਨਾ ਸੰਤ ਜੀ, ਤੁਸੀਂ ਤਾਂ ਸੰਤ ਹੋ, ਸਾਨੂੰ ਚਰਨੀ ਹੱਥ ਲਾਉਣ ਦਿਓ। ਅਤੇ ਉਹ ਅੱਗੋਂ ਸੰਤ ਨਿਰਮਾਣ ਸਨ, ਸੱਚੇ ਸਨ। ਉਹਨਾਂ ਨੇ ਆਖਿਆ, ਤੁਸੀਂ ਸੰਤਾਂ ਨੂੰ ਬਣਾਉਣ ਵਾਲੇ ਹੋ, ਕਿਰਪਾ ਕਰੋ, ਅਸੀਂ ਤਾਂ ਦਾਸ ਹਾਂ ਤੁਹਾਡੇ, ਸਾਡੇ ਵਰਗੇ ਤਾਂ ਲੱਖਾਂ ਹੀ ਸਾਧ ਸੰਤ ਤੁਸੀਂ ਬਣਾਏ ਹੋਏ ਨੇ, ਕਿਰਪਾ ਕਰਕੇ ਸਾਨੂੰ ਚਰਨੀ ਹੱਥ ਲਾ ਲੈਂਦਿਆ ਕਰੋ। ਇਸ ਤਰ੍ਹਾਂ ਉਹਨਾਂ ਦਾ ਨਾਲ ਆਪਸ 'ਚ ਪਰਸਪਰ ਮੇਲ ਹੁੰਦਾ ਹੈ। ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਕਿ ਜਦੋਂ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਗਏ, ਉਦੋਂ ਅੰਗਰੇਜ਼ ਨੇ ਆਖਿਆ ਸਤਿਗੁਰੂ ਰਾਮ ਸਿੰਘ ਜੀ ਨੂੰ, ਸਚਪਾ ਪੁੱਛਿਆ ਅੰਗਰੇਜ਼ਾਂ ਨੂੰ, ਮਰਗੋਈ ਪੁੱਛਿਆ ਸੀ, ਸ਼ਾਇਦ ਰੰਗੂਨ ਪੁੱਛਿਆ ਸੀ ਅੰਗਰੇਜ਼ਾਂ ਨੂੰ ਕਿ ਤੁਸੀਂ ਸਾਨੂੰ ਇੱਥੇ ਕਿਉਂ ਫੜ ਕੇ ਲਿਆਇਆ, ਕੈਦ ਕੀਤਾ ਹੋਇਆ। ਫਿਰ ਉਹਨੇ ਚਿੱਠੀ ਲਿਖੀ ਵਿਖਾਈ ਸਤਿਗੁਰੂ ਰਾਮ ਸਿੰਘ ਜੀ ਨੂੰ ਵੀ ਸਾਨੂੰ ਤਾਂ ਕੋਈ ਡਰ ਨਹੀਂ, ਤੁਸੀਂ ਵਾਪਸ ਚਲੇ ਜਾਓ, ਅਸੀਂ ਤੁਹਾਨੂੰ ਭੇਜ ਦਿੰਦੇ ਵਾਪਸ। ਪਰ ਤੁਹਾਡੇ ਹੀ ਪੰਜਾਬ ਵਿੱਚੋਂ 22 ਚਿੱਠੀਆਂ 22 ਬੰਦਿਆਂ ਨੇ ਦਸਤਖਤ ਕੀਤੇ ਸਨ, ਜਿਨ੍ਹਾਂ 'ਚੋਂ 20 ਨੇ ਇਹ ਗੱਲ ਲਿਖੀ ਸੀ, ਵੱਡੇ ਵੱਡੇ ਰਾਜੇ ਸਨ, ਸੰਤ ਸਨ, ਮਹੰਤ ਸਨ, ਗੁਰਦੁਆਰਿਆਂ ਦੇ ਸਨ। ਉਹਨਾਂ ਨੇ ਇਹ ਗੱਲ ਲਿਖੀ ਸੀ ਕਿ ਜੇ ਗੁਰੂ ਰਾਮ ਸਿੰਘ ਵਾਪਸ ਪੰਜਾਬ ਵਿੱਚ ਆਉਂਦੇ ਨੇ ਤਾਂ ਉਹ ਅੰਗਰੇਜ਼ਾਂ ਦਾ ਰਾਜ ਖਤਮ ਕਰ ਦੇਣਗੇ। ਉਹ ਅੰਗਰੇਜ਼ਾਂ ਦੇ ਰਾਜ ਵਾਸਤੇ ਵੀ ਬਹੁਤ ਖਤਰਨਾਕ ਹੋ ਸਕਦੇ ਨੇ ਸਾਬਤ। ਉਹਨਾਂ ਵਿੱਚੋਂ 2 ਜਾਣਿਆਂ ਨੇ ਇੱਕ ਸਾਈਨ ਨਹੀਂ ਸਨ ਕੀਤੇ। ਉਹਨਾਂ ਨੇ ਇਹ ਲਿਖਿਆ ਸੀ ਕਿ ਉਹਨਾਂ ਦੇ ਆਉਣ ਨਾਲ ਪੰਜਾਬ ਵਿੱਚ ਗੁਰਮਤ ਚੱਲੇਗੀ, ਸਿੱਖੀ ਦਾ ਪ੍ਰਚਾਰ ਵਧੇਗਾ, ਪਰ ਕਿਸੇ ਨੂੰ ਡਰ ਨਹੀਂ ਹੋਏਗਾ। ਉਹ ਸਨ ਸੰਤ ਸੇਖਵਾਂ ਵਾਲੇ ਨਰਾਇਣ ਸਿੰਘ ਜੀ। ਇੱਕ ਹੋਰ ਸੰਤ ਸਨ। ਉਹ 2 ਜਿਹੜੇ ਮਹੰਤ ਸਨ, ਸੰਤ ਸਨ, ਉਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਹੱਕ ਵਿੱਚ ਲਿਖਿਆ ਸੀ। ਬਾਕੀਆਂ ਨੇ ਇਹ 20 ਬੰਦਿਆਂ ਨੇ ਦਸਤਖਤ ਕੀਤੇ ਸਨ ਕਿ ਸਤਿਗੁਰੂ ਰਾਮ ਸਿੰਘ ਜੀ ਵਾਪਸ ਪੰਜਾਬ ਵਿੱਚ ਨਹੀਂ ਆਉਣੇ ਚਾਹੀਦੇ। ਇਸ ਤਰ੍ਹਾਂ ਦਾ
ਰਾਜ ਚੱਲ ਗਿਆ, ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਪੰਜਾਬ ਵਿੱਚ। ਸਤਿਗੁਰੂ ਰਾਮ ਸਿੰਘ ਜੀ 1871 ਵਿੱਚ ਹੋਲਾ ਮਹੱਲਾ ਕੀਤਾ ਖਟੜੀ ਪਿੰਡ ਵਿਖੇ। ਜਦੋਂ ਖਟੜੀ ਸਤਿਗੁਰੂ ਰਾਮ ਸਿੰਘ ਜੀ ਹੋਲਾ ਕੀਤਾ ਸੀ, ਇੱਥੇ ਭਾਈ ਹੀਰਾ ਸਿੰਘ ਜੀ, ਲਹਿਣਾ ਸਿੰਘ ਜੀ, ਇਹਨਾਂ ਦਾ ਜਿਹੜਾ ਜਥਾ ਸੀ ਸ਼ਹੀਦ ਸਿੰਘਾਂ ਦਾ, ਜਿਹੜੇ ਇਹ ਮਲੇਰਕੋਟਲੇ 'ਤੇ ਜਾ ਕੇ ਬਾਅਦ ਸ਼ਹੀਦ ਹੁੰਦੇ ਨੇ, ਇਹਨਾਂ ਦਾ ਜਥਾ ਬਹੁਤ ਵੱਡਾ ਹੋ ਗਿਆ ਸੀ। ਇਹਨਾਂ ਦੇ ਨਾਲ ਬਹੁਤ ਸਿੱਖ ਜੁੜ ਗਏ ਸਨ, ਜਿਹੜੇ ਬੜੀ ਆਪਣੇ ਘਰ-ਬਾਰ ਨੂੰ ਛੱਡ ਕੇ ਆ ਗਏ ਸਨ, ਅਤੇ ਜਿਨ੍ਹਾਂ ਦਾ ਉਹ ਆਪਣੇ ਆਪ ਦਾ ਸਾਰੇ ਸ਼ਹੀਦ ਸਿੰਘਾਂ ਦਾ ਸਰਦਾਰ ਹੀਰਾ ਸਿੰਘ ਜੀ ਨੂੰ ਮੰਨਦੇ ਸਨ, ਹੀਰਾ ਸਿੰਘ ਜੀ ਨੂੰ ਪੁੱਛ ਕੇ ਚੱਲਦੇ ਸਨ। ਉਹ ਹੀਰਾ ਸਿੰਘ ਜੀ ਵੀ ਇਸ ਮੇਲੇ 'ਤੇ ਆਏ। ਇਸ ਮੇਲੇ 'ਤੇ ਆਏ ਉਹਨਾਂ ਨੇ ਸ਼ਹੀਦ ਸਿੰਘਾਂ ਦੀ, ਇਹਨਾਂ ਨੂੰ ਮਸਤਾਨਿਆਂ ਦਾ ਜਥਾ ਆਖਿਆ ਜਾਂਦਾ ਸੀ। ਇਹਨਾਂ ਮਸਤਾਨਿਆਂ ਦਾ ਅਤੇ ਜਿਹੜੇ ਸੂਬੇ ਸਨ, ਬਾਬਾ ਜਵਾਹਰ ਸਿੰਘ ਜੀ, ਸੂਬਾ ਲੱਖਾ ਸਿੰਘ ਜੀ, ਇਹਨਾਂ ਦੇ ਨਾਲ ਝਗੜਾ ਹੋ ਜਾਂਦਾ। ਝਗੜਾ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਜਿਹੜੇ ਹੀਰਾ ਸਿੰਘ ਜੀ ਸਨ, ਉਹ ਭੈਣੀ ਸਾਹਿਬ ਮੈਰਿਜ ਕੀਤੀ ਸੀ, ਆਏ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਹੁਕਮ ਕੀਤਾ ਕਿ ਤੁਹਾਨੂੰ ਰਜਾਈਆਂ ਭਰਾ ਦਈਏ, ਤੁਸੀਂ ਇੱਥੇ ਰਹਿੰਦੇ ਹੋ। ਫਿਰ ਹੀਰਾ ਸਿੰਘ ਜੀ ਦੀ ਮਾਤਾ ਆਈ, ਉਹਨੇ ਆਣ ਕੇ ਪੈਸੇ ਵੀ ਲੈ ਗਈ 300 ਰੁਪਈਆ, ਨਾਲ ਉਹਨੇ ਅਰਜ਼ ਕੀਤੀ। ਫਿਰ ਉਹਨਾਂ ਦੀ ਸਿੰਘਣੀ ਵੀ ਆਈ ਕਿ ਘਰ ਵਿੱਚ ਖਾਣ ਪੀਣ ਨੂੰ ਕੁਝ ਨਹੀਂ, ਕੋਈ ਕੰਮਕਾਜ ਨਹੀਂ ਕਰਦੇ, ਅਤੇ ਇਹਨਾਂ ਨੂੰ ਘਰ ਭੇਜੋ ਕਿ ਇਹ ਘਰ ਦੇ ਕੰਮਕਾਜ ਕਰਨ। ਸਤਿਗੁਰੂ ਰਾਮ ਸਿੰਘ ਜੀ ਹੀਰਾ ਸਿੰਘ ਨੂੰ ਸੱਦ ਕੇ ਹੁਕਮ ਕੀਤਾ ਕਿ ਤੁਸੀਂ ਘਰ ਨਹੀਂ ਜਾਂਦੇ, ਜਾ ਕੇ ਵਾਹੀ ਕਰੋ, ਹਲ ਵਾਹੋ ਜਾ ਕੇ। ਉਹਨਾਂ ਨੇ ਅਰਜ਼ ਕੀਤੀ, ਜੀ ਅਸੀਂ ਤਾਂ ਹਲ ਫੂਕ ਦਿੱਤਾ ਹੈ, ਅਸੀਂ ਤਾਂ ਸਾਰਾ ਕੁਝ ਛੱਡ ਕੇ ਤੁਹਾਡੇ ਚਰਨਾਂ 'ਚ ਆ ਗਏ ਹਾਂ। ਅਤੇ ਲਹਿਣਾ ਸਿੰਘ ਨੂੰ ਹੁਕਮ ਹੋਇਆ, ਉਹ ਆਂਦਾ ਜੀ ਮੈਂ ਵੀ ਫੂਕ ਦਿੱਤਾ। ਹੋਰ ਨਾਲ 4-5 ਸਿੱਖ ਸਨ ਇਹਨਾਂ ਦੇ, ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ, ਅਸੀਂ ਤਾਂ ਆਪਣੇ ਹਲ ਫੂਕ ਕੇ ਆਏ ਹਾਂ, ਅਸੀਂ ਤਾਂ ਸਾਰਾ ਕੁਝ ਛੱਡ ਕੇ ਆਪ ਜੀ ਦੇ ਚਰਨਾਂ ਵਿੱਚ ਆ ਗਏ, ਹੁਣ ਅਸੀਂ ਘਰ ਵਾਪਸ ਨਹੀਂ ਜਾਣਾ, ਇੱਥੇ ਰਵਾਂਗੇ, ਸੇਵਾ ਕਰਾਂਗੇ, ਜੋ ਦਿਓਗੇ ਉਹ ਛਕ ਲਵਾਂਗੇ। ਸੱਚ ਪਾਤਸ਼ਾਹ ਜੀ ਗੁੱਸੇ ਨਾਲ ਘਰ ਭੇਜੇ। ਇੱਕ ਵਾਰ ਘਰ ਗਏ, ਜਦੋਂ ਘਰ ਗਏ ਤਾਂ ਫਿਰ ਘਰ ਜਾ ਕੇ ਵੀ ਨਹੀਂ ਮੁੜੇ। ਜਿੰਨੇ ਵੀ ਪੈਸੇ ਸਨ, ਗਹਿਣਾ ਗੱਟਾ ਸੀ ਆਪਣੀ ਸਿੰਘਣੀ ਦਾ, ਅਕਸਰ ਨੂੰ ਸਰਦਾਰਾਂ ਦੇ ਪਰਿਵਾਰ ਵਿੱਚੋਂ ਸਨ, ਉਹ ਸਾਰਾ ਕੁਝ ਵੇਚ ਦਿੱਤਾ। ਵੇਚ ਕੇ ਸਾਧ ਸੰਗਤ ਦਾ ਮੇਲਾ ਕਰਨਾ ਸ਼ੁਰੂ ਕਰ ਦਿੱਤਾ। ਸੰਗਤ ਘਰੇ ਆਵੇ, ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸੇਵਾ ਕਰਨੀ ਸ਼ੁਰੂ ਕੀਤੀ, ਆਪ ਸੇਵਾ ਕਰਦੇ ਸਨ। ਆਪਣੀ ਸਿੰਘਣੀ ਨੂੰ ਆਖਿਆ ਕਿ ਤੂੰ ਜਾ ਕੇ ਆਪਣੇ ਸਿੱਖਾਂ ਦੇ ਜੂਠੇ ਭਾਂਡੇ ਮਾਂਜ। ਉਹ ਇਸ ਗੱਲੋਂ ਔਖੀ ਹੋਣ ਲੱਗੀ ਕਿ ਮੈਂ ਸਰਦਾਰਾਂ ਦੀ ਧੀ, ਮੈਂ ਕਿਉਂ ਜੂਠੇ ਭਾਂਡੇ ਮਾਂਜਾਂ ਇਹਨਾਂ ਦੇ। ਇਸ ਗੱਲੋਂ ਘਰ ਵਿੱਚ ਇਹਨਾਂ ਦੇ ਬੇਸਵਾਦੀ ਹੋ ਗਈ, ਲੜਾਈ ਹੋ ਗਈ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਲਿਆ ਲਹਿਣਾ ਸਿੰਘ ਭਰਾ ਲੱਗਦਾ ਸੀ, ਚਾਚੇ ਤਾਏ ਦਾ ਪੁੱਤ ਭਰਾ ਸੀ, ਆਂਦੇ ਲਿਆ ਲਹਿਣਾ ਸਿਆਂ ਟਕੂਆ। ਅਤੇ ਆਪਣੀ ਸਿੰਘਣੀ ਨੂੰ ਉਹ ਗੁੱਤ ਨਹੀਂ ਸੀ ਖੋਲ੍ਹਦੀ, ਮਰਜ਼ਾਦਾ ਨਹੀਂ ਸੀ ਧਾਰਨ ਕਰਦੀ। ਉਹਨਾਂ ਨੇ ਆਪਣੀ ਸਿੰਘਣੀ ਨੂੰ ਫੜ ਕੇ ਉਹਦੀ ਗੁੱਤ ਵੱਢ ਦਿੱਤੀ ਅਤੇ ਡਾਂਗ ਦੇ ਉੱਤੇ ਬੰਨ੍ਹ ਲਈ। ਉਹ ਇਹੀ ਗੱਲ ਆਖਦੇ ਫਿਰੇ। ਇਸ ਮੇਲੇ ਵਿੱਚ ਉਹ ਡਾਂਗ 'ਤੇ ਬੰਨ੍ਹ ਕੇ ਗੁੱਤ ਲੈ ਕੇ ਆਏ ਹੋਲੇ 'ਤੇ, ਅਤੇ ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜੀ ਸਿੰਘਣੀ ਸਿੰਘ ਦਾ ਹੁਕਮ ਨਹੀਂ ਮੰਨੇਗੀ, ਉਹਦੇ ਨਾਲ ਇਸ ਤਰ੍ਹਾਂ ਹੋਏਗਾ। ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੋ ਗਿਆ। ਸੂਬਾ ਬਾਬਾ ਜਵਾਹਰ ਸਿੰਘ ਜੀ ਬਹੁਤ ਨਾਰਾਜ਼ ਹੋਏ ਇਸ ਗੱਲ ਤੋਂ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਤੁਸੀਂ ਇਹ ਗਲਤ ਕੰਮ ਕੀਤਾ ਹੈ। ਤੁਸੀਂ ਸੱਚ ਪਾਤਸ਼ਾਹ ਜੀ ਅਤੇ ਇਸਤਰੀ ਜਾਤੀ ਵਾਸਤੇ, ਬੀਬੀਆਂ ਵਾਸਤੇ, ਲੜਕੀਆਂ ਵਾਸਤੇ ਕਿਸ ਤਰ੍ਹਾਂ ਦੇ ਹੁਕਮ ਕਰਦੇ ਨੇ ਕਿ ਉਹਨਾਂ ਦਾ ਸਤਿਕਾਰ ਕਰੋ, ਪਰ ਤੁਸੀਂ ਇਹ ਕੰਮ ਕਿਉਂ ਕੀਤਾ। ਇਹ ਬਾਬਾ ਜਵਾਹਰ ਸਿੰਘ ਜੀ ਦਾ ਅਤੇ ਇਹਨਾਂ ਦਾ ਮਸਤਾਨਿਆਂ ਦਾ ਆਪਸ ਵਿੱਚ ਝਗੜਾ ਸ਼ੁਰੂ ਹੋ ਗਿਆ ਇਸ ਮੇਲੇ 'ਤੇ। ਬਾਬਾ ਜਵਾਹਰ ਸਿੰਘ ਜੀ ਨੇ ਵੇਖਿਆ ਕਿ ਜਿਸ ਸਿੰਘ ਦੇ ਕੋਲ ਉਹ ਡਾਂਗ ਸੀ, ਉਸ ਸਿੱਖ ਕੋਲੋਂ ਡਾਂਗ ਖੋਹ ਕੇ ਉਹਨਾਂ ਨੇ ਜਾ ਕੇ ਉਹ ਜਿਹੜੀ ਗੁੱਤ ਵੱਡੀ ਹੋਈ ਸੀ ਉਹ ਚੋਰੀ ਦੱਬ ਦਿੱਤੀ ਛੱਪੜ ਵਿੱਚ। ਭਾਈ ਹੀਰਾ ਸਿੰਘ ਨੂੰ ਪਤਾ ਲੱਗਿਆ, ਉਹ ਨਾਰਾਜ਼ ਹੋਏ। ਬਾਬਾ ਜਵਾਹਰ ਸਿੰਘ ਜੀ ਦੇ ਲੱਤ 'ਤੇ ਮੁੱਕੀ ਵੀ ਮਾਰੀ, ਗਾਲਾਂ ਵੀ ਕੱਢੀਆਂ, ਲੜਾਈ ਹੋਈ। ਸਤਿਗੁਰੂ ਰਾਮ ਸਿੰਘ ਜੀ ਜਲ ਵਰਤਣ ਗਏ। ਜਦੋਂ ਚੀਤਾ ਛੱਡਣ ਗਏ ਤਾਂ ਮਗਰੋਂ ਸੂਬਾ ਲੱਖਾ ਸਿੰਘ, ਬਾਬਾ ਜਵਾਹਰ ਸਿੰਘ, ਹੋਰ ਸੂਬਿਆਂ ਨੇ ਇਕੱਠਿਆਂ ਹੋ ਕੇ ਇਹ ਮਸਤਾਨੇ ਫੜ ਲਏ। ਫੜ ਕੇ ਬਹੁਤ ਕੁੱਟਿਆ, ਇਹਨਾਂ ਨੂੰ ਬਹੁਤ ਕੁੱਟਿਆ, ਪਰ ਮਸਤਾਨਿਆਂ ਨੇ ਅੱਗੋਂ ਹੱਥ ਨਾ ਚੁੱਕਿਆ। ਸੱਚ ਪਾਤਸ਼ਾਹ ਜੀ ਵਾਪਸ ਆਏ। ਸੱਚ ਪਾਤਸ਼ਾਹ ਨੂੰ ਪਤਾ ਲੱਗਾ, ਸਤਿਗੁਰੂ ਰਾਮ ਸਿੰਘ ਜੀ ਨੇ ਆਣ ਕੇ ਛਡਾਏ। ਹੁਕਮ ਕੀਤਾ ਕਿ ਹੁਣ ਮਾਰ ਕੇ ਸਾਹ ਲੈਣਾ, ਤੁਸੀਂ ਛੱਡ ਦਿਓ ਇਹਨਾਂ ਨੂੰ, ਕੁਝ ਨਹੀਂ ਆਖਣਾ। ਉਹ ਸਿੱਖ ਵੀ ਮਸਤਾਨੇ ਜਿਹੜੇ ਸਨ ਅੱਗੋਂ ਚੁੱਪ ਕਰਕੇ ਬੈਠੇ ਰਹੇ। ਉਹਨਾਂ ਨੇ ਵੀ ਕੋਈ ਅੱਗੋਂ ਲੜਾਈ ਦਾ ਝਗੜਾ ਦੁਬਾਰਾ ਵਧਾਇਆ ਨਾ। ਪਰ ਸਿੱਖ ਮਸਤਾਨਿਆਂ ਦੀ ਅਤੇ ਸੂਬਿਆਂ ਦੀ ਆਪਸੀ ਜਿਹੜੀ ਸੀ, ਉਹ ਇੱਥੇ ਆਣ ਕੇ ਕਾਫੀ ਬੇਸਵਾਦੀ ਸ਼ੁਰੂ ਹੋ ਗਈ। ਇੱਕ ਦੂਜੇ ਤੋਂ ਵੱਖਰੇ ਵੱਖਰੇ ਰਹਿਣ ਲੱਗ ਗਏ। ਇੱਕ ਦੂਜੇ ਤੋਂ ਜਦੋਂ ਕੋਈ ਗਲਤੀ ਹੋਣੀ ਜਾਂ ਇੱਦਾਂ ਦਾ ਲੜਾਈ ਝਗੜਾ ਇਸ ਮੇਲੇ 'ਚ ਉਹਨਾਂ ਦਾ ਕਾਫੀ ਵਧ ਗਿਆ। ਇਸ ਤੋਂ ਅੱਗੇ ਫਿਰ ਉਹ ਕਿਸ ਤਰ੍ਹਾਂ ਪ੍ਰਸੰਗ ਚੱਲਦਾ ਹੈ, ਉਹ ਮੈਂ ਫਿਰ ਅਰਜ਼ ਕਰਾਂਗਾ। ਸੱਚ ਪਾਤਸ਼ਾਹ ਜੀ ਸਤਿਗੁਰੂ ਰਾਮ ਸਿੰਘ ਜੀ ਦੇ ਕੋਲ ਇੱਕ ਦਲੇਲ ਸਿੰਘ ਸੀ,
ਰਾਈਆਂ ਦਾ, ਉਹ ਕਟਾਣੀ ਦਾ ਦਲੇਲ ਸਿੰਘ ਸੀਗਾ। ਅੱਗੇ ਵੀ ਅਰਜ਼ ਕੀਤੀ ਸੀ, ਉਹ ਦਲੇਲ ਸਿੰਘ ਦਾ ਪੁੱਤਰ ਜਿਹੜਾ ਸੀ ਉਹ ਬਿਮਾਰ ਸੀ, ਸੱਚਪਾ ਕਿਰਪਾ ਕੀਤੀ, ਉਹਨਾਂ ਦੀ ਗਾਂ ਮਰ ਗਈ, ਉਹ ਗਾਂ ਵੀ ਜਿਉਂਦੀ ਕੀਤੀ। ਸੱਚ ਪਾਤਸ਼ਾਹ ਜੀ ਕਿਰਪਾ ਕਰਕੇ ਉਸ ਦਲੇਲ ਸਿੰਘ 'ਤੇ ਇਸ ਤਰ੍ਹਾਂ ਦੀ ਬਖਸ਼ਿਸ਼ ਕੀਤੀ। ਉਸ ਦਲੇਲ ਸਿੰਘ ਨੂੰ ਮੰਗਲ ਸਿੰਘ 1 ਲੱਖ ਰੁਪਈਆ ਲੈ ਕੇ ਆਇਆ। 1 ਲੱਖ ਰੁਪਈਆ ਲੈ ਕੇ ਮੰਗਲ ਸਿੰਘ ਭੈਣੀ ਸਾਹਿਬ ਆਇਆ, ਆਪਣੀ ਭੂਆ ਦਾ ਲੈ ਕੇ ਆਇਆ ਸੀ ਲੱਖ ਰੁਪਈਆ। ਉਹਨੇ ਆਣ ਕੇ ਸੱਚਪਾ ਦੇ ਚਰਨਾਂ 'ਚ ਰੱਖ ਦਿੱਤਾ। ਸੱਚਪਾ ਪ੍ਰਵਾਨ ਨਾ ਕੀਤਾ। ਸੱਚਪਾ ਨੂੰ ਕੀਤਾ, ਸਾਨੂੰ ਇਸ ਤਰ੍ਹਾਂ ਦੇ ਪੈਸੇ ਦੀ ਲੋੜ ਨਹੀਂ ਜਿਹੜਾ ਤੂੰ ਲੈ ਕੇ ਆਇਆ। ਮੰਗਲ ਸਿੰਘ ਗਿਆ ਕਟਾਣੀ ਦਲੇਲ ਸਿੰਘ ਕੋਲ, ਉਹਨੂੰ ਕਹਿਣ ਲੱਗਾ ਕਿ ਤੂੰ ਇਹ ਉਹਨਾਂ ਟਾਈਮਾਂ ਵਿੱਚ ਲੱਖ ਰੁਪਈਆ ਲੈ ਕੇ ਆਇਆ ਵੀ ਤੂੰ ਆਪਣੇ ਕੋਲ ਰੱਖ ਲੈ, ਸਮਾਂ ਪੈਣ 'ਤੇ ਜਦੋਂ ਮੈਨੂੰ ਲੋੜ ਪਏਗੀ ਤੂੰ ਮੈਨੂੰ ਵਾਪਸ ਦੇ ਦੀ। ਉਹ ਦਲੇਲ ਸਿੰਘ ਕਹਿੰਦਾ ਠੀਕ ਆ। ਜਦੋਂ ਸਮਾਂ ਪਾ ਕੇ ਵਾਪਸ ਮੰਗਲ ਸਿੰਘ ਪੈਸੇ ਲੈਣ ਗਿਆ, ਉਹਨੇ ਕੁਝ ਰੱਖ ਲਏ, ਥੋੜ੍ਹੇ ਜਿਹੇ ਰੱਖ ਲਏ ਅਤੇ ਬਾਕੀ ਮੋੜ ਦਿੱਤੇ। ਕਹਿੰਦਾ ਤੇਰੇ ਇੰਨੇ ਹੀ ਸਨ, ਮੈਂ ਤੈਨੂੰ ਸਾਰੇ ਮੋੜ ਦਿੱਤੇ। ਝਗੜਾ ਵੱਧ ਗਿਆ। ਉਹ ਸਤਿਗੁਰੂ ਰਾਮ ਸਿੰਘ ਜੀ ਕੋਲ ਆਇਆ ਮੰਗਲ ਸਿੰਘ ਕਿ ਮੇਰਾ ਇਹ ਲੱਖ ਰੁਪਈਆ ਵਾਪਸ ਨਹੀਂ ਕਰਦਾ ਪਿਆ, ਸਾਰੇ ਨਹੀਂ ਕੀਤੇ, ਥੋੜ੍ਹੇ ਜਿਹੇ ਰੱਖ ਲੈਣੇ। ਦਲੇਲ ਸਿੰਘ ਨੂੰ ਸੱਦ ਕੇ ਹੁਕਮ ਕੀਤਾ, ਤੂੰ ਦੱਸ। ਉਹ ਕਹਿਣ ਲੱਗਾ ਜੀ ਮੈਂ ਤੇ ਕੁਝ ਨਹੀਂ ਦਿੱਤਾ, ਜਿੰਨੇ ਮੈਨੂੰ ਇਹਨੇ ਮੋੜੇ ਸੀ, ਮੈਂ ਜਿੰਨੇ ਇਹਨੇ ਮੈਨੂੰ ਦਿੱਤੇ ਸੀ ਮੈਂ ਸਾਰੇ ਪੈਸੇ ਮੋੜ ਦਿੱਤੇ ਨੇ, ਦੇ ਦਿੱਤੇ ਨੇ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਦੇਖ ਲੈ ਦਲੇਲ ਸਿੰਘ, ਸੱਚੀ ਕਰ, ਝੂਠ ਨਾ ਮਾਰੀ। ਜਦੋਂ ਫਿਰ ਆਖਿਆ ਉਹਨੂੰ 1-2 ਵਾਰੀ ਸੱਚ ਪਾਤਸ਼ਾਹ ਜੀ ਬਚਨ ਕੀਤਾ, ਪਰ ਦਲੇਲ ਸਿੰਘ ਨਾ ਮੰਨਿਆ। ਉਹ ਕਹਿੰਦਾ ਜੀ ਨਹੀਂ। ਸੱਚ ਭਾਵ ਕੀਤਾ, ਫਿਰ ਚੱਕ ਗ੍ਰੰਥ ਸਾਹਿਬ ਆਪਣੇ ਸਿਰ 'ਤੇ। ਚੱਕਦਾ? ਕਹਿੰਦਾ ਜੀ ਮੈਂ ਚੱਕਾਂਗਾ। ਉਸ ਦਲੇਲ ਸਿੰਘ ਨੇ ਵੀ ਗ੍ਰੰਥ ਸਾਹਿਬ ਚੱਕ ਲਿਆ, ਘਰੇ ਚਲ ਗਿਆ। ਫਿਰ ਉਹ ਕਹਿੰਦਾ ਜੀ ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਇਹ ਸੱਚੀ ਕਾਰ ਆ ਨਾਨਕ ਦੀ, ਤੂੰ ਗ੍ਰੰਥ ਸਾਹਿਬ ਸਿਰ 'ਤੇ ਚੱਕ ਕੇ ਝੂਠ ਬੋਲਿਆ ਹੋਏਗਾ ਅਤੇ 7 ਦਿਨਾਂ ਵਿੱਚ 8 ਦਿਨਾਂ ਦੇ ਅੰਦਰ ਅੰਦਰ ਪਤਾ ਲੱਗ ਜਾਏਗਾ। 7ਵੇਂ ਦਿਨ ਸਾਨ ਨੇ ਐਸੀ ਟੱਕਰ ਮਾਰੀ, ਉਹਦੀਆਂ ਪਸਲੀਆਂ ਟੁੱਟ ਗਈਆਂ, ਹੱਡੀਆਂ ਟੁੱਟ ਗਈਆਂ। ਫਿਰ ਉਹ ਪਛਤਾਇਆ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਅਖੰਡ ਪਾਠ ਤੋਰੋ। ਉਹਦੇ ਵਾਸਤੇ ਅਖੰਡ ਪਾਠ ਤੋਰਿਆ। ਹਲੇ ਅਖੰਡ ਪਾਠ ਅੱਧਾ ਹੀ ਗਿਆ ਸੀ, ਅੱਧਾ ਹੀ ਹੋਇਆ ਸੀ, ਅਤੇ ਉਹ ਦਲੇਲ ਸਿੰਘ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ। 10ਵੇਂ ਦਿਨ ਚੜ੍ਹਾਈ ਕਰ ਗਿਆ। ਇਸ ਕਰਕੇ ਸੱਚ ਪਾਤਸ਼ਾਹ ਜੀ ਬਹੁਤ ਸਿੱਖਾਂ ਨੂੰ ਵਰਜਦੇ ਸਨ ਕਿ ਤੁਸੀਂ ਇਸ ਤਰ੍ਹਾਂ ਦੇ ਮਾੜੇ ਕਰਮ ਨਾ ਕਰੋ ਜਿਹਦੇ ਨਾਲ ਤੁਸੀਂ ਫਿਰ ਦੁੱਖ ਨੂੰ ਪ੍ਰਾਪਤ ਹੋਵੋ, ਤੁਹਾਨੂੰ ਦੁੱਖ ਪ੍ਰਾਪਤ ਹੋਵੇ। ਵਿਸਾਖੀ ਦਮਦਮਾ ਸਾਹਿਬ 1871 ਦੀ ਮਨਾਈ ਗਈ। ਸੱਚ ਪਾਤਸ਼ਾਹ ਜੀ ਦਰਸ਼ਨ ਦਿੱਤੇ। ਪਹਾੜਾ ਸਿੰਘ ਜੀ ਵਿਸਾਖੀ 'ਤੇ ਆਏ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਕਿ ਘੋੜੀ ਦਿਓ ਪਹਾੜਾ ਸਿੰਘ ਨੂੰ। ਘੋੜੀ ਦੇਣ ਲੱਗੇ ਅਤੇ ਪਹਾੜਾ ਸਿੰਘ ਨੇ ਅਰਜ਼ ਕੀਤੀ ਜੀ ਮੈਂ ਉਹ ਘੋੜੀ ਲਵਾਂਗਾ ਜਿਹੜੀ ਆਪ ਜੀ ਦੀ ਘੋੜੀ ਵਰਗੀ ਹੋਵੇ। ਇਹ ਸੂਬਾ ਪਹਾੜਾ ਸਿੰਘ ਜੀ ਨੇ, ਇਹ ਸੂਬਾ ਵੀ ਥਾਪਿਆ ਸੀ ਇਹਨਾਂ ਨੂੰ ਸੱਚ ਪਾਤਸ਼ਾਹ ਜੀ। ਇੱਕ ਵਧੀਆ ਘੋੜੀ ਵੇਖ ਕੇ ਸੱਚ ਪਾਤਸ਼ਾਹ ਜੀ ਉਹ ਦਿੱਤੀ। ਉਹ ਘੋੜੀ ਪ੍ਰਵਾਨ ਕਰ ਲਈ। ਅੱਗੇ ਇੱਕ ਸਿੰਘ ਆਇਆ, ਉਹਨੇ ਕਿਹਾ ਜੀ, ਉਹਨੇ ਦਿਸ਼ਾਲਾ ਦਿੱਤਾ ਅਤੇ ਉਹ ਕਹਿੰਦਾ ਜੀ ਮੈਨੂੰ ਵੀ ਦਿਸ਼ਾਲਾ ਮਿਲੇ ਜਿਹੜਾ ਤੁਹਾਨੂੰ ਦਿਸ਼ਾਲਾ ਮਿਲਿਆ। ਸੱਚ ਪਾਤਸ਼ਾਹ ਜੀ ਉਹ ਦਿਸ਼ਾਲਾ ਪਹਾੜਾ ਸਿੰਘ ਨੂੰ ਦੇ ਦਿੱਤਾ। ਪਹਾੜਾ ਸਿੰਘ ਆਖਣ ਲੱਗਾ ਜੀ ਜਿਹੜਾ ਦਿਸ਼ਾਲਾ ਮੈਨੂੰ ਦਿੱਤਾ ਤੁਸੀਂ, ਜਿਹੜਾ ਤੁਸੀਂ ਪਾਇਆ ਉਹਦੇ ਨਾਲੋਂ ਮੇਰੇ ਵਾਲਾ ਸਸਤਾ ਆ, ਮੇਰੇ ਵਾਲਾ 100 ਰੁਪਈਏ ਦਾ ਹੈ ਅਤੇ ਤੁਹਾਡੇ ਵਾਲਾ ਮਹਿੰਗਾ ਦਿਸ਼ਾਲਾ ਆ। ਸਾਧ ਸੰਗਤ ਜੀ ਉਹਨਾਂ ਟਾਈਮਾਂ 'ਚ 100 ਰੁਪਏ ਦਾ ਦਿਸ਼ਾਲਾ ਵੀ ਬਹੁਤ ਕੀਮਤੀ ਸੀ। ਅਤੇ ਸਤਿਗੁਰੂ ਰਾਮ ਸਿੰਘ ਜੀ ਸ਼ਾਹੀ ਠਾਠ ਵਿੱਚ ਰਹਿੰਦੇ ਸਨ, ਰਾਜਿਆਂ ਵਾਂਗੂ ਵਿਚਰਦੇ ਸਨ। ਸੱਚ ਪਾਤਸ਼ਾਹ ਜੀ ਸਿੱਖਾਂ ਦੀਆਂ ਹਰ ਮਨੋਕਾਮਨਾ ਪੂਰੀਆਂ ਕਰਦੇ ਨੇ। ਉਹਨੂੰ ਉਹ ਵੀ ਬਖਸ਼ਿਸ਼ ਕੀਤੀ। ਫਿਰ ਉਹ ਆਂਦਾ ਜੀ ਮੈਂ ਕਛਹਿਰਿਆਂ ਵਾਸਤੇ ਕੱਪੜਾ ਲੈਣਾ, ਲੱਠੇ ਦਾ ਲੈਣਾ। ਲੱਠੇ ਦਾ ਕੱਪੜਾ ਉਹਨੂੰ ਪਸੰਦ ਨਾ ਆਇਆ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਉਂਝ ਤੇ ਤੂੰ ਮੈਨੂੰ ਇਹ ਗੱਲ ਆਖਦਾ ਹੈ ਕਿ ਜੋ ਤੁਸੀਂ ਪਾਓਗੇ ਉਹੀ ਮੈਂ ਪਾਵਾਂਗਾ, ਜੋ ਤੁਸੀਂ ਪ੍ਰਵਾਨ ਕਰੋਗੇ ਉਹੀ ਮੈਂ ਕਰਨਾ। ਅਤੇ ਸੱਚ ਪਾਤਸ਼ਾਹ ਜੀ ਹੁਕਮ ਕਰਦੇ ਮੇਰੇ ਕੋਲ ਤਾਂ ਮੋਟੇ ਕੱਪੜੇ ਦਾ ਕਛਹਿਰਾ ਆ ਅਤੇ ਤੂੰ ਲੱਠਾ ਵੀ ਨਹੀਂ ਤੈਨੂੰ ਪਸੰਦ ਆ ਰਿਹਾ। ਕਹਿੰਦਾ ਜੀ ਫਿਰ ਮੈਂ ਵੀ ਮੋਟੇ ਦਾ ਬਣਾ ਲੈਣਾ। ਭਾਵ ਸਿੱਖ ਸੱਚ ਪਾਤਸ਼ਾਹ ਜੀ ਦੇ ਕੋਲ ਜਾ ਕੇ ਜਿਸ ਤਰ੍ਹਾਂ ਬੱਚੇ ਆਪਣੇ ਮਾਤਾ ਪਿਤਾ ਦੇ ਕੋਲ ਜਾ ਕੇ ਅਰਜ਼ਾਂ ਕਰਦੇ ਨੇ, ਆਪਣੀਆਂ ਮਨੋਕਾਮਨਾਵਾਂ ਰੱਖਦੇ ਨੇ, ਇਸ ਤਰ੍ਹਾਂ ਸਿੱਖ ਸੱਚਪਾ ਕੋਲ ਜਾਂਦੇ ਨੇ। ਸੱਚਪਾ ਉਹਨਾਂ ਦੀ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਜੋ ਸਿੱਖਾਂ ਦਾ ਮਨ ਕਰਦਾ ਕਿ ਮੇਰੇ ਕੋਲ ਵੀ ਚੰਗੀ ਚੀਜ਼ ਹੋਵੇ, ਉਹਨਾਂ ਨੂੰ ਵੀ ਬਖਸ਼ਿਸ਼ ਕਰਕੇ ਸੱਚ ਪਾਤਸ਼ਾਹ ਜੀ ਇਸ ਤਰ੍ਹਾਂ ਕਿਰਪਾ ਕਰਦੇ ਨੇ। ਸਾਧ ਸੰਗਤ ਜੀ ਇਹ ਸਤਿਗੁਰ ਦਾ ਜਸ ਆ ਜਿਹੜਾ ਕੀਤਾ ਜਾਵੇ, ਇਹ ਜਿੰਨਾ ਮਰਜ਼ੀ ਕਰ ਲਈਏ ਅਤੇ ਇਹ ਮੁੱਕਣ ਵਿੱਚ ਨਹੀਂ ਆ ਸਕਦਾ। ਮੈਂ ਤੁਹਾਨੂੰ ਇੱਕ ਬਚਨ ਸੁਣਾਉਣਾ। ਸੰਤ ਮਿਰਜ਼ੇ ਵਾਲੇ ਜਿਹੜੇ ਜਵਾਹਰ ਸਿੰਘ ਜੀ ਸਨ, ਉਹਨਾਂ ਦਾ ਜਨਮ ਹੁੰਦਾ 1847 ਦੇ ਆਸ ਪਾਸ।
ਸਰਵਰ ਨੂੰ ਮੰਨਦੇ ਸਨ। ਬਚਪਨ ਵਿੱਚ ਉਹਨਾਂ ਦਾ ਜਿਹੜਾ ਮਨ ਸੀ, ਸੁਪਨੇ ਹੋਣੇ ਉਹਨਾਂ ਨੂੰ ਚਿੱਟੀ ਦਸਤਾਰ ਵਾਲੇ ਸਿੰਘਾਂ ਦੇ ਦਰਸ਼ਨ ਹੋਣੇ। ਉਹ ਬੜਾ ਮਨ ਸੋਚਣ ਕਿ ਅਸੀਂ ਤਾਂ ਸਰਵਰ ਨੂੰ ਮੰਨਦੇ ਹਾਂ, ਮੈਨੂੰ ਇਹਨਾਂ ਦੇ ਦਰਸ਼ਨ ਕਿਉਂ ਹੁੰਦੇ ਨੇ। ਉਹ ਇਸ ਤਰ੍ਹਾਂ ਦੀ ਵਿਚਾਰ ਕਰਦਿਆਂ ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਦਾ ਦੌਰਾ ਉਸ ਪਿੰਡ ਦੇ ਲਾਗੇ ਗਿਆ ਅਤੇ ਜਵਾਹਰ ਸਿੰਘ ਹੁਣਾਂ ਨੇ ਸੁਣਿਆ ਕਿ ਗੁਰੂ ਪ੍ਰਗਟ ਹੋਇਆ ਅਤੇ ਜਾ ਕੇ ਦੇਖਣਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਗੁਰੂ ਹੈ। ਅਤੇ ਮਨ ਵਿੱਚ ਇਹ ਸੋਚ ਲਿਆ ਕਿ ਜੇ ਉਹ ਸੱਚਾ ਗੁਰੂ ਹੋਏਗਾ ਤਾਂ ਮੇਰੀ ਬਾਂਹ ਫੜ ਕੇ ਮੇਰਾ ਨਾਂ ਲੈ ਕੇ ਮੈਨੂੰ ਬੁਲਾਏਗਾ ਅਤੇ ਮੈਂ ਫਿਰ ਉਸ ਨੂੰ ਸੱਚਾ ਗੁਰੂ ਮੰਨਾਂਗਾ। ਇਹ ਚਲੇ ਗਏ, ਦੂਰ ਜਾ ਕੇ ਦਰਸ਼ਨ ਕਰਦੇ। ਦਰਸ਼ਨ ਦਾ ਪ੍ਰਭਾਵ ਬਹੁਤ ਪਿਆ ਇਹਨਾਂ ਦੇ ਉੱਤੇ, ਸੰਤ ਜਵਾਹਰ ਸਿੰਘ ਜੀ ਦੇ ਉੱਤੇ। ਸਤਿਗੁਰੂ ਰਾਮ ਸਿੰਘ ਜੀ ਦੀ ਬੀਬੀ ਨੰਦਾ ਜਿਹੜੀ ਸੀ ਲੜਕੀ, ਉਹ ਮਸਤਾਨੀ ਹੋਈ ਸੀ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਬੀਬੀ ਨੰਦਾ ਨੂੰ ਵੀ ਜਾ ਕੇ ਉਹ ਸਿੱਖ ਨੂੰ ਲੈ ਕੇ ਆ, ਉਸ ਜਵਾਹਰ ਨੂੰ ਲੈ ਕੇ ਆ। ਜਦੋਂ ਬੀਬੀ ਨੰਦਾ ਜਿਹੜੀ ਸੀ ਉਹ ਜਵਾਹਰ ਨੂੰ ਲੈ ਕੇ ਆਈ, ਸਤਿਗੁਰੂ ਰਾਮ ਸਿੰਘ ਜੀ ਬਾਂਹ ਫੜ ਕੇ ਬਚਨ ਕੀਤਾ, ਹੁਣ ਵੀ ਕਿਸੇ ਗੱਲ ਦੀ ਕਮੀ ਹੈ, ਹੱਲੇ ਵੀ ਭਜਨ ਨਹੀਂ ਪੁੱਛਣਾ। ਜਦੋਂ ਨਾਮ ਵੀ ਲੈ ਲਿਆ, ਬਾਂਹ ਵੀ ਫੜ ਲਈ ਅਤੇ ਅੱਗੇ ਕੰਨ ਕਰ ਦਿੱਤਾ, ਸਤਿਗੁਰੂ ਰਾਮ ਸਿੰਘ ਜੀ ਕੰਨ ਵਿੱਚ ਭਜਨ ਦੇ ਦਿੱਤਾ। ਜਿਹੜੀ ਮਨ ਦੀ ਬਿਰਤੀ ਸੀ ਉਖੜਦੀ ਉਹ ਸ਼ਾਂਤ ਹੋ ਗਈ। ਉਹ ਮਨ ਗੁਰੂ ਚਰਨਾਂ ਵਿੱਚ ਮਨ ਲੱਗ ਗਿਆ, ਕਿਉਂਕਿ ਦਰਸ਼ਨ ਵੀ ਅਤੇ ਸੁਪਨੇ ਵਿੱਚ ਉਸੇ ਸਤਿਗੁਰੂ ਸਾਹਿਬਾਨ ਦਾ ਹੁੰਦਾ ਸੀ ਅਤੇ ਚਿੱਟੇ ਬਸਤਰਾਂ ਵਾਲੇ ਘੋੜੇ 'ਤੇ ਸਵਾਰ ਉਹੀ ਸਤਿਗੁਰੂ ਰਾਮ ਸਿੰਘ ਜੀ ਦੇ ਆਣ ਕੇ ਦਰਸ਼ਨ ਕੀਤੇ। ਮਨ 'ਤੇ ਪ੍ਰਭਾਵ ਪਹਿਲਾਂ ਪੈ ਗਿਆ। ਜਦੋਂ ਦੋਵੇਂ ਮਨੋਕਾਮਨਾ ਪੂਰੀਆਂ ਹੋ ਗਈਆਂ ਅਤੇ ਸਿੱਖ ਬਣ ਗਿਆ। ਜਦੋਂ ਘਰੇ ਆਏ ਅਤੇ ਘਰੇ ਆਣ ਕੇ ਕੀ ਦੇਖਦੇ ਨੇ ਕਿ ਉਹਨਾਂ ਦੇ ਪਿੰਡ ਵਿੱਚ ਅਫਸੋਸ ਕਰਨ ਵਾਲੇ ਲੋਕ ਆਏ, ਜਿਵੇਂ ਕਿਸੇ ਦੀ ਮਰਗ 'ਤੇ ਆਏ ਹੁੰਦੇ ਨੇ। ਇਸ ਤਰ੍ਹਾਂ ਪਿੰਡ ਵਾਲਿਆਂ ਨੇ ਅਫਸੋਸ ਕੀਤਾ ਕਿ ਤੇਰਾ ਪੁੱਤਰ ਸਰਵਰ ਨੂੰ ਛੱਡ ਕੇ ਕੂਕਾ ਬਣ ਗਿਆ। ਜਦੋਂ ਉਹ ਘਰੇ ਆਏ, ਮਾਤਾ ਪਿਤਾ ਨੇ ਬੜਾ ਸਮਝਾਇਆ ਕਿ ਤੂੰ ਕਿਉਂ ਸਰਵਰ ਨੂੰ ਛੱਡ ਕੇ ਤੂੰ ਕੂਕਾ ਬਣ ਗਿਆ। ਉਹ ਕਹਿੰਦੇ ਜੀ ਮੈਂ ਤਾਂ ਹੁਣ ਭਜਨ ਪੁੱਛ ਲਿਆ, ਮੈਂ ਤਾਂ ਕੂਕਾ ਹੀ ਰਹਿਣਾ। ਇਹਨਾਂ ਦਾ ਛੋਟਾ ਭਰਾ ਸੀ। ਇਹਨਾਂ ਦੀ ਮਾਤਾ ਜਿਹੜੀ ਸੀ ਉਹ ਆਪਣੇ ਛੋਟੇ ਮੁੰਡੇ ਨੂੰ ਲੈ ਕੇ ਪੇਕੇ ਚਲੇ ਗਈ, ਕਿਤੇ ਇਹ ਵੀ ਕੂਕਾ ਨਾ ਬਣ ਜਾਵੇ। ਉਹਨੂੰ ਹੁੱਕਾ ਪੀਣ ਲਾ ਦਿੱਤਾ, ਉਹਨੂੰ ਵਿਰੋਧ ਵਿੱਚ ਲੈ ਗਏ ਵੀ ਕਿਸੇ ਤਰੀਕੇ ਇਹ ਕੂਕਾ ਨਾ ਬਣ ਜਾਵੇ। ਬਾਬਾ ਜਵਾਹਰ ਸਿੰਘ ਜੀ ਹੁਣ ਸੰਤ ਜਵਾਹਰ ਸਿੰਘ ਜੀ ਬਣ ਗਏ। ਨਾਲ ਬਚਨ ਕੀਤਾ ਸਤਿਗੁਰੂ ਰਾਮ ਸਿੰਘ ਜੀ ਵੀ ਤੁਸੀਂ ਸਵਾਸ ਨਾਮ ਜਪਣਾ ਹੈ। ਸਵਾਸ ਨਾਮ ਜਪਣ ਦਾ ਹੁਕਮ ਹੋਇਆ। ਜਦੋਂ ਰਾਤ ਨੂੰ ਸੌਣ ਲੱਗੇ ਤਾਂ ਮਨ 'ਚ ਆਇਆ ਹੁਕਮ ਸੀ ਸਵਾਸ ਨਾਮ ਜਪਣ ਦਾ। ਫਿਰ ਉਹ ਸਾਧ ਸੰਗਤ ਦੀ ਖੂਹ ਦੀ ਝੱਲਣ 'ਤੇ ਭਾਵ ਖੂਹ ਦੇ ਕਿਨਾਰੇ 'ਤੇ ਬੈਠ ਜਾਂਦੇ ਨੇ ਅਤੇ ਬੈਠਦੇ ਚੌਂਕੜਾ ਮਾਰ ਕੇ ਨਹੀਂ ਸਨ, ਪੈਰਾਂ ਭਾਰ ਬੈਠਦੇ ਸਨ। ਪੈਰਾਂ ਭਾਰ ਬੈਠ ਕੇ ਨਾਮ ਜਪਣਾ। ਜਦੋਂ ਨਾਮ ਜਪਣਾ, ਨੀਂਦ ਦਾ ਹੰਗਲਾ ਆਉਣਾ ਅਤੇ ਉਹ ਖੂਹ ਵਿੱਚ ਡਿੱਗ ਜਾਣਾ। ਉਹ ਦੱਸਦੇ ਸੀ ਮੈਂ 3 ਵਾਰੀ ਖੂਹ ਵਿੱਚ ਡਿੱਗਿਆ ਸੀ, ਉਸ ਤੋਂ ਬਾਅਦ ਮੈਨੂੰ ਦੁਬਾਰਾ ਨੀਂਦ ਨਹੀਂ ਆਈ। ਮੇਰੇ ਸਾਹਮਣੇ ਕਾਲਾ ਜਿਹਾ ਰੂਪ ਧਾਰਨ ਕਰਕੇ ਨੀਂਦ ਖਲੋ ਜਾਂਦੀ ਸੀ, ਪਰ ਮੇਰੇ ਕਦੀ ਨੇੜੇ ਨਹੀਂ ਆਈ ਉਸ ਤੋਂ ਬਾਅਦ। ਇਸ ਤਰ੍ਹਾਂ ਸਾਰਾ ਦਿਨ 24 ਘੰਟੇ ਉਹ ਨਾਮ ਜਪਦੇ ਰਹੇ। ਉਹ ਆਪਣੇ ਚਾਚੇ ਦੇ ਨਾਲ ਵਾਹੀ ਕਰਦੇ ਹੁੰਦੇ ਸਨ। ਇਹਨਾਂ ਦਾ ਮੰਗਣਾ ਹੋ ਗਿਆ ਸੀ। ਜਦੋਂ ਪਿੰਡ ਵਾਲੇ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਪਤਾ ਲੱਗਾ ਕਿ ਸਾਡਾ ਜਵਾਈ ਜਿਹੜਾ ਹੈ ਉਹ ਕੂਕਾ ਬਣ ਗਿਆ, ਉਹਨਾਂ ਨੇ ਕਿਹਾ ਜੀ ਅਸੀਂ ਲੜਕੀ ਨਹੀਂ ਤੋਰਨੀ। ਉਹ ਕਹਿੰਦੇ ਜੀ ਲੜਕੀ ਨਹੀਂ ਤੋਰਨੀ, ਤੁਸੀਂ ਨਾ ਤੋਰੋ। 5 ਸਾਲ ਲੜਕੀ ਨਾ ਤੋਰੀ, ਪਰ 5 ਸਾਲਾਂ ਬਾਅਦ ਉਹਨਾਂ ਨੇ ਲੜਕੀ ਤੋਰ ਦਿੱਤੀ। ਇਹਨਾਂ ਦੇ ਘਰ ਇੱਕ ਪੁੱਤਰ ਵੀ ਹੁੰਦਾ ਹੈ, ਸੰਤ ਜਵਾਹਰ ਸਿੰਘ ਜੀ ਦੇ। ਸੰਤ ਜਵਾਹਰ ਸਿੰਘ ਜੀ ਆਪਣੇ ਚਾਚੇ ਨਾਲ ਕੰਮ ਕਰਦੇ ਸਨ, ਖੇਤੀ ਕਰਦੇ ਸਨ। ਆਪਣੇ ਚਾਚੇ ਨੂੰ ਆਖਿਆ ਕਿ ਮੈਨੂੰ ਦਹੀਂ ਚਾਹੀਦਾ। ਚਾਚਾ ਕਹਿੰਦਾ ਕੋਈ ਗੱਲ ਨਹੀਂ, ਉਹ ਕੰਮ ਕਰਦਾ ਸੀ। 2 ਵਾਰੀ ਆਖਿਆ ਦਹੀਂ ਚਾਹੀਦਾ, 3ਜੀ ਵਾਰੀ ਆਖਿਆ ਅਤੇ ਚਾਚਾ ਜਿਹੜਾ ਸੀ ਇਹਨਾਂ ਦਾ ਖਿੱਚ ਕੇ ਪਿਆ ਵੀ ਜੇ ਤੈਨੂੰ ਇੰਨੀ ਦਹੀਂ ਦੀ ਲੋੜ ਸੀ ਤਾਂ ਆਪਣੀ ਭੈਂਸ ਰੱਖ ਲੈਣੀ ਸੀ, ਭਾਵ ਆਪਣੀ ਮੱਝ ਰੱਖ ਲੈਣੀ ਸੀ। ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਕਹਿੰਦੇ ਕੋਈ ਗੱਲ ਨਹੀਂ ਚਾਚਾ, ਹੁਣ ਸਤਿਗੁਰ ਦਹੀਂ ਦੇਏਗਾ ਤਾਂ ਫੇਰ ਹੀ ਇਸ਼ਨਾਨ ਕਰਾਂਗੇ। 12 ਸਾਲ ਕੇਸਾਂ ਵਿੱਚ ਦਹੀਂ ਨਹੀਂ ਪਾਇਆ। 12 ਸਾਲਾਂ ਬਾਅਦ ਉਹ ਆਪਣੇ ਖੇਤਾਂ ਵਿੱਚ ਹਲ ਵਾਹ ਰਹੇ ਨੇ। ਖੇਤਾਂ ਦੇ ਪਰਲੇ ਬੰਨਿਓਂ ਇੱਕ ਆਵਾਜ਼ ਆਈ, ਚਿੱਟੇ ਬਸਤਰ ਪਾਏ ਹੋਏ ਸਨ ਕਿ ਸੰਤ ਜੀ। ਜਦੋਂ ਆਵਾਜ਼ ਆਈ ਤਾਂ ਇਹ ਵਾਪਸ ਉੱਥੇ ਗਏ ਅਤੇ ਜਾਂਦਿਆਂ ਨੂੰ ਕੀ ਵੇਖਿਆ ਕਿ ਕੋਈ ਵੀ ਸਰੀਰ ਨਹੀਂ, ਪਰ ਇੱਕ ਗੜਵੀ ਵਿੱਚ ਦਹੀਂ ਪਿਆ ਹੋਇਆ ਸੀ। ਫਿਰ ਉਸ ਦਹੀਂ ਨਾਲ ਕੇਸੀ ਇਸ਼ਨਾਨ ਕੀਤਾ। ਉਹ ਤਾਂ ਇਹੀ ਸੀ ਵੀ ਸਤਿਗੁਰੂ ਰਾਮ ਸਿੰਘ ਜੀ ਆਪ ਦਹੀਂ ਰੱਖ ਕੇ ਗਏ, ਉਹ ਦਹੀਂ ਕੇਸੀ ਇਸ਼ਨਾਨ ਕੀਤਾ। ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਮਨ ਦੀ ਬਿਰਤੀ ਸੀ ਉਹ ਐਸੀ ਸਤਿਗੁਰਾਂ ਦੇ ਨਾਲ ਜੁੜ ਗਈ ਕਿ ਉਹ ਇੱਕਮਿਕ ਹੋ ਗਈ। ਇਹਨਾਂ ਦੀਆਂ 2 ਭੈਣਾਂ ਸਨ। ਇੱਕ ਇਹਨਾਂ ਦੀ ਭੈਣ ਜਿਹੜੀ ਸੀ ਵੱਡੀ ਭੈਣ, ਇੱਕ ਵੱਡੀ ਭੈਣ ਜਿਹੜੀ ਸੀ ਉਹ ਵਿਆਹੀ ਸੀ ਘੋਨੇਵਾਲ ਪਿੰਡ ਵਿਆਹੀ ਸੀ। ਛੋਟੀ ਭੈਣ 129 ਚੱਕ ਸ਼ਨੀਵਾਲ ਉੱਥੇ ਵਿਆਹੀ ਸੀ। ਇਹ ਆਪਣੀ ਛੋਟੀ ਭੈਣ ਕੋਲ ਇੱਕੋ ਵਾਰੀ ਗਏ ਨੇ ਜ਼ਿੰਦਗੀ ਵਿੱਚ। ਜਦੋਂ ਗਏ ਨੇ ਅਤੇ ਆਪਣੀ ਭੈਣ ਨੂੰ ਜਾ ਕੇ ਇਹਨਾਂ ਨੇ ਆਪਣੇ ਭਾਣਜੇ ਨੂੰ ਆਖਿਆ, ਲਾਲ ਸਿੰਘ ਉਹਦਾ ਨਾਂ ਸੀ, ਉਹਨੂੰ ਆਖਿਆ ਕਿ ਮੈਂ
ਕਿਉਂਕਿ ਸਿਹਤ ਥੋੜ੍ਹੀ ਜਿਹੀ ਠੀਕ ਨਹੀਂ ਸੀ ਰਹਿੰਦੀ ਅਤੇ ਇਹਦੇ ਮੱਝ ਦਾ ਦੁੱਧ ਪਚਦਾ ਨਹੀਂ ਸੀ ਇਹਨਾਂ ਨੂੰ। ਇਸ ਕਰਕੇ ਉਹ ਕਹਿੰਦੇ ਵੀ ਤੇਰੇ ਕੋਲ ਬੋਤੀ ਹੈ ਅਤੇ ਮੈਂ ਤੇਰੀ ਬੋਤੀ ਦਾ ਦੁੱਧ ਪੀ ਲਿਆ ਕਰਾਂਗਾ। ਉਹ ਉਹਨਾਂ ਦੇ ਘਰ ਰਹਿਣ ਲੱਗ ਗਏ ਅਤੇ ਉਹਨਾਂ ਨੇ ਆਖਿਆ ਕਿ ਇਸ ਬੋਤੀ ਦਾ ਮੈਂ ਦੁੱਧ ਪੀਣਾ ਹੈ ਅਤੇ ਤੇਰੀ ਬੋਤੀ ਬਾਹਰੋਂ ਖਾ ਕੇ ਨਾ ਆਵੇ। ਇੱਕ ਦਿਨ ਸੰਤਾਂ ਦੀ ਬਿਰਤੀ ਨਾ ਲੱਗੀ। ਸਵੇਰੇ ਉੱਠ ਕੇ ਪੁੱਛਿਆ ਉਹਨਾਂ ਨੇ ਕਿ ਬੋਤੀ ਤਾਂ ਨਹੀਂ ਤੇਰੀ ਕਿਤੋਂ ਬਾਹਰੋਂ ਖਾ ਕੇ ਆਈ? ਉਹ ਕਹਿੰਦਾ ਜੀ ਪਸ਼ੂ ਏ, ਜਾਂਦਿਆਂ ਉਹ ਕਿਸੇ ਦੀ ਪੈਲੀ 'ਚੋਂ 1-2 ਬੁਰਕ ਉਹਨੇ ਮਾਰ ਲਏ, ਮੈਂ ਫਿਰ ਵੀ ਫੜ ਲਈ। ਪਰ ਸੰਤ ਕਹਿੰਦੇ ਜੇ ਉਹਨੇ ਬੁਰਕ ਬਾਹਰੋਂ ਮਾਰ ਲਏ ਸਨ, ਖਾ ਹੀ ਲਿਆ ਸੀ, ਸਾਨੂੰ ਦੱਸਦਾ ਉਹਦਾ ਦੁੱਧ ਨਾ ਪੀਂਦੇ, ਅਸੀਂ 2 ਦਿਨ ਠਹਿਰ ਕੇ ਪੀ ਲੈਂਦੇ। ਅਤੇ ਇਸ ਤਰ੍ਹਾਂ ਦੀ ਕਹਿੰਦੇ ਪਰ ਹੁਣ ਤੂੰ ਆਪਣੇ ਵਚਨ 'ਤੇ ਪੱਕਾ ਨਹੀਂ ਰਿਹਾ ਅਤੇ ਮੈਂ ਹੁਣ ਇੱਥੇ ਨਹੀਂ ਰਹਿਣਾ, ਮੈਂ ਚੱਲ ਜਾਣਾ ਇੱਥੋਂ। ਉਹ ਸੰਤ ਉਸ ਤੋਂ ਬਾਅਦ ਨਹੀਂ ਗਏ। ਲਾਲ ਸਿੰਘ ਦੱਸਦਾ ਸੀ ਉਹਨਾਂ ਟਾਈਮਾਂ 'ਚ ਤਾਂ ਬਿਜਲੀ ਕਿੱਥੇ ਸੀ। ਉਹ ਕਹਿੰਦਾ ਸੀ ਜਦੋਂ ਰਾਤ ਨੂੰ ਬੈਠ ਕੇ ਭਜਨ ਕਰਦੇ ਸਨ ਅਤੇ ਭਜਨ ਕਰਦਿਆਂ ਕਮਰਾ ਇਸ ਤਰ੍ਹਾਂ ਹੋ ਜਾਂਦਾ ਸੀ ਜਿਸ ਤਰ੍ਹਾਂ ਕਿਸੇ ਨੇ ਬਲਬ ਜਗਾਇਆ ਹੁੰਦਾ। ਇਸ ਤਰ੍ਹਾਂ ਉਹਨਾਂ ਦੇ ਸਰੀਰ 'ਚੋਂ ਪ੍ਰਕਾਸ਼ ਨਿਕਲਦਾ ਸੀ। ਐਸੀ ਬੰਦਗੀ ਕਰਦੇ ਸਨ ਸੰਤ ਜਵਾਹਰ ਸਿੰਘ ਜੀ। ਉਹਨਾਂ ਦੀ ਇੱਕ ਬਸੰਤ ਕੌਰ ਸੀ ਪਧਾਣੇ ਦੀ। ਉਹ ਬਸੰਤ ਕੌਰ ਨੇ ਸੰਤਾਂ ਨੂੰ ਆਖਿਆ ਕਿ ਮੇਰੀ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ, ਕਿਤੇ ਲੜਕੀ ਦਾ ਰਿਸ਼ਤਾ ਕਰ ਲਓ। ਸੰਤ ਕਹਿੰਦੇ ਮੈਂ ਆਪਣੀ ਭੈਣ ਦੇ ਲੜਕੇ ਵੱਲ ਕਰ ਦਿੰਦਾ। ਅਤੇ ਜਦੋਂ ਸੰਤਾਂ ਨੇ ਆ ਕੇ ਆਪਣੀ ਭੈਣ ਨੂੰ ਆਖਿਆ ਕਿ ਮੈਂ ਤੇਰੇ ਲੜਕੇ ਦਾ ਰਿਸ਼ਤਾ ਕਰ ਦਿੱਤਾ, ਨਹੀਂ ਉਹਦਾ ਲੜਕਾ ਦਾ ਰਿਸ਼ਤਾ ਨਹੀਂ ਸੀ ਹੁੰਦਾ, ਇਹਨਾਂ ਦੀ ਭੈਣ ਦੀ ਲੜਕੀ ਸੀ। ਉਹ ਕਹਿੰਦੇ ਇਹਨਾਂ ਦੀ ਭੈਣ ਆਖਣ ਲੱਗੀ ਵੀ ਤੁਹਾਡੀ ਭਾਣਜੀ ਹੈ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ, ਤੁਹਾਡੀ ਪੁੱਤਰੀ ਹੋਏ ਜਿਵੇਂ ਮਰਜ਼ੀ ਕਰ ਲਓ, ਪਰ ਉਹ ਬਸੰਤ ਸਿੰਘ ਕੇ ਪਰਿਵਾਰ 'ਚ ਨਾ ਕਰਿਓ, ਬਸੰਤ ਕੌਰ ਦੇ। ਸੰਤ ਕਹਿੰਦੇ ਮੈਂ ਤਾਂ ਕਰਕੇ ਹੀ ਉਹਨਾਂ ਦੇ ਘਰ ਆਇਆ। ਕਹਿੰਦੀ ਉਹਨਾਂ ਦੇ ਘਰ 'ਤੇ ਕੋਹੜ ਆ, ਕਿਉਂਕਿ ਉਹਨਾਂ ਦੇ ਘਰ 'ਚ ਜਿਹੜਾ ਵੀ ਜੰਮਦਾ ਸੀ ਉਹਨੂੰ ਕੋਹੜ ਹੋ ਜਾਂਦਾ ਸੀ। ਉਹਦਾ ਕਾਰਨ ਇਹ ਸੀ ਕਿ ਇਹ ਪਿੰਡ ਵਿੱਚ ਇੱਕ ਬਹੁਤ ਸਾਧੂ ਮਹਾਤਮਾ ਆਏ। ਉਹਨਾਂ ਨੇ ਆਣ ਕੇ ਵੇਖਿਆ ਕਿ ਪਿੰਡ ਵਿੱਚ ਬੀਬੀਆਂ ਜਿਹੜੀਆਂ ਨੇ ਉਹ ਚੱਕੀ ਪੀਂਦੀਆਂ ਨੇ ਅਤੇ ਚੱਕੀ ਪੀਣ ਨਾਲ ਬਹੁਤ ਸਮਾਂ ਲੱਗਦਾ ਹੈ, ਜ਼ੋਰ ਵੀ ਵੱਧ ਲੱਗਦਾ ਹੈ। ਸੰਤਾਂ ਨੇ ਆਖਿਆ ਵੀ ਤੁਸੀਂ ਐਵੇਂ ਕਰੋ, ਸਾਰੇ ਪਿੰਡ ਵਾਲੇ ਇੱਕ ਸ਼ਾਮ ਲਾਟ ਜਗ੍ਹਾ ਹੁੰਦੀ ਜਿਹੜੀ ਸਾਰਿਆਂ ਦੀ ਸਾਂਝੀ ਹੁੰਦੀ ਹੈ। ਸੰਤ ਕਹਿੰਦੇ ਵੀ ਤੁਸੀਂ ਇੱਥੇ ਖਰਾਸ ਲਵਾ ਲਓ ਅਤੇ ਸਾਰੇ ਪਿੰਡ ਵਾਲੇ ਮੰਨ ਗਏ। ਇਸ ਬਸੰਤ ਕੌਰ ਦਾ ਘਰ ਵਾਲਾ ਕਹਿੰਦਾ ਹੈ ਕਿ ਮੈਂ ਨਹੀਂ ਸ਼ਾਮ ਲਾਟ ਵਿੱਚ ਖਰਾਸ ਲੱਗਣ ਦੇਣਾ, ਮੇਰਾ ਵੀ ਹਿੱਸਾ ਇਹਦੇ ਵਿੱਚ। ਇੱਕ ਬੰਦਾ ਵੀ ਵਿੱਚੋਂ ਜਦੋਂ ਐਂਟੀ ਹੋ ਜਾਂਦਾ ਤਾਂ ਫਿਰ ਤੁਸੀਂ ਸਾਂਝਾ ਕੰਮ ਨਹੀਂ ਕਰ ਸਕਦੇ। ਸੰਤਾਂ ਨੇ ਸ਼ਰਾਪ ਦਿੱਤਾ ਵੀ ਜਾ ਉਹ ਕੋੜੀਆ, ਇਹ ਤਾਂ ਬੜਾ ਸੌਖਾ ਕੰਮ ਹੋ ਜਾਣਾ ਸੀ ਬੀਬੀਆਂ ਲਈ, ਤੂੰ ਇਹ ਕੰਮ ਨਹੀਂ ਹੋਣ ਦਿੱਤਾ। ਉਹ ਸੰਤ ਚਲੇ ਗਏ, ਪਰ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਕੋਹੜ ਆਉਣਾ ਸ਼ੁਰੂ ਹੋ ਗਿਆ। ਜਿਹੜਾ ਬੱਚਾ ਹੋਵੇ ਉਹਨੂੰ ਕੋਹੜ ਹੋ ਜਾਵੇ ਅਤੇ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਸੀ ਲੈਂਦਾ। ਉਹਨੇ ਬਸੰਤ ਕੌਰ ਨੇ ਆਖਿਆ ਕਿ ਮੇਰੇ ਲੜਕੇ ਦਾ ਰਿਸ਼ਤਾ ਕਰੋ। ਫਿਰ ਉਹਨਾਂ ਨੇ ਆਪਣੀ ਭਾਣਜੀ ਵੱਲ ਰਿਸ਼ਤਾ ਕੀਤਾ ਅਤੇ ਜਦੋਂ ਭੈਣ ਨੇ ਇਸ ਗੱਲ ਦਾ ਗੁੱਸਾ ਕੀਤਾ ਕਿ ਤੁਸੀਂ ਉੱਥੇ ਕਿਉਂ ਕਰ ਆਏ ਹੋ, ਕਹਿੰਦੇ ਭੈਣ ਆਪਣੀ ਨੂੰ ਕਿ ਅੱਜ ਤੋਂ ਬਾਅਦ ਬਸੰਤ ਕੌਰ ਦੇ ਪਰਿਵਾਰ ਦਾ ਕੋਹੜ ਮੈਂ ਲਿਆ ਅਤੇ ਜਾ ਰਿਸ਼ਤਾ ਕਰ ਦੇ। ਉਹ ਫਿਰ ਰਿਸ਼ਤਾ ਹੋ ਗਿਆ, ਉਹਨਾਂ ਦੇ ਪਰਿਵਾਰ 'ਚੋਂ ਕੋਹੜ ਖਤਮ ਹੋ ਗਿਆ। ਸੰਤਾਂ ਦੇ ਉੱਤੇ ਇੱਕ ਪ੍ਰੀਖਿਆ ਵੀ ਆ ਗਈ। ਇਹ ਸਮਾਂ ਵੀ ਆਇਆ, ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਵੀ ਹੁੰਦਾ ਵੀ ਫਿੰਸੀਆਂ ਹੋ ਗਈਆਂ, ਭਾਵ ਆਪਾਂ ਕੋਹੜ ਵੀ ਕਹਿ ਸਕਦੇ ਹਾਂ। ਇਸ ਤਰ੍ਹਾਂ ਜਦੋਂ ਸੰਤਾਂ ਦੇ ਸਰੀਰ ਦੇ ਉੱਤੇ ਫਿੰਸੀਆਂ ਹੋ ਗਈਆਂ ਅਤੇ ਪਰ ਸੰਤ ਇਸ਼ਨਾਨ ਨਹੀਂ ਸਨ ਛੱਡਦੇ ਆਪਣਾ। ਅਤੇ ਇੱਕ ਦਿਨ ਐਸਾ ਜਿਹੜਾ ਸੱਚ ਪਾਤਸ਼ਾਹ ਜੀ ਉਹ ਵੀ ਕਸ਼ਟ ਕੱਟਣਾ ਸੀ ਸੰਤਾਂ ਦਾ, ਅਤੇ ਉਹ ਇੱਕ ਦਿਨ ਪੈਰ 'ਤੇ ਲੱਗਿਆ, ਇੱਕ ਫੋੜਾ ਫਿਸ ਗਿਆ, ਉਹ ਸਾਰਾ ਸਰੀਰ ਫਿਰ ਠੀਕ ਹੋ ਗਿਆ। ਜਿੰਨੀ ਮਰਜ਼ੀ ਤਕਲੀਫ ਸੀ ਪਰ ਇਸ਼ਨਾਨ ਨਹੀਂ ਉਹਨਾਂ ਨੇ ਅੰਮ੍ਰਿਤ ਵੇਲੇ ਦਾ ਛੱਡਿਆ ਆਪਣਾ ਕਰਨੋਂ। ਸੰਤ ਆਪਣੇ ਲੜਕੇ ਨੂੰ ਆਪ ਪ੍ਰਸ਼ਾਦਾ ਪਕਾ ਕੇ ਦਿੰਦੇ ਸਨ। ਕਿਸੇ ਨੇ ਪੁੱਛਿਆ ਸੰਤ ਜੀ ਤੁਸੀਂ ਆਪਣੇ ਲੜਕੇ ਨੂੰ ਕਿਉਂ ਪ੍ਰਸ਼ਾਦਾ ਪਕਾ ਕੇ ਦਿੰਦੇ ਹੋ? ਉਹ ਕਹਿੰਦੇ ਪਿਛਲੇ ਜਨਮ ਅਸੀਂ ਦੋਵੇਂ ਇਕੱਠੇ ਬਹਿ ਕੇ ਤਪੱਸਿਆ ਕਰਦੇ ਸੀ, ਸਾਧੂ ਸੀ ਅਸੀਂ ਦੋਨੇ ਹੀ, ਤਪ ਕਰਦੇ ਸੀ ਅਤੇ ਮੈਂ 1 ਰੁਪਈਆ ਇਹਦੇ ਕੋਲੋਂ ਉਧਾਰਾ ਲਿਆ ਸੀ, ਉਹ ਮੋੜ ਨਹੀਂ ਸਕਿਆ। ਇਹ ਚੜ੍ਹਾਈ ਕਰ ਗਿਆ, ਮੈਂ ਵੀ ਚੜ੍ਹਾਈ ਕਰ ਗਿਆ, ਮੈਂ ਤਾਂ ਉਹ 1 ਰੁਪਈਏ ਦਾ ਸਿਰਫ ਮੁੱਲ ਦੇ ਰਿਹਾ। ਇਸ ਕਰਕੇ ਹੁਣ ਮੈਂ ਸਾਰੀ ਉਮਰ ਉਹਨੂੰ ਰੋਟੀਆਂ ਪਕਾ ਕੇ ਦਿੰਦੀ ਹਾਂ। ਜਿੰਨਾ ਚਿਰ ਸੰਤ ਰਹੇ ਉਹ ਆਪਣੇ ਪੁੱਤਰ ਦੀ ਇਸ ਤਰ੍ਹਾਂ ਸੇਵਾ ਕਰਦੇ ਰਹੇ। ਇਹ ਪਰਿਵਾਰ ਵਿੱਚ ਜਿੰਨੇ ਜੀਵ ਹੁੰਦੇ ਨੇ ਸਭ ਦਾ ਸਾਡਾ ਆਪਣਾ ਕੋਈ ਲੇਖਾ ਜੋਖਾ ਹੁੰਦਾ, ਲੈਣ ਦੇਣ ਹੁੰਦਾ ਹੈ। ਸੰਤਾਂ ਦਾ ਬਹੁਤ ਵਧੀਆ ਸੁਭਾਅ ਸੀ, ਸਿੱਖੀ ਵਿੱਚ ਪੂਰਨ ਸਨ। ਇੱਕ ਦਿਨ ਪਾਠ ਕਰਦੇ ਆਪਣੇ ਚੁਬਾਰੇ 'ਚੋਂ ਬਾਹਰ ਜਾ ਰਹੇ ਸਨ। ਪਿੰਡ ਵਿੱਚ ਇੱਕ ਬੈਲ ਮਰ ਗਿਆ ਕਿਸੇ ਦਾ। ਉਹ ਜ਼ਿਮੀਂਦਾਰ ਬੜਾ ਰੋਣ ਲੱਗਾ, ਕਹਿਣ ਲੱਗਾ ਜੀ ਮੇਰਾ ਤਾਂ ਬੈਲ ਮਰ ਗਿਆ ਆ, ਕਿਰਪਾ ਕਰੋ ਕਿਸੇ ਤਰੀਕੇ ਜਿਉਂਦਾ ਹੋ ਜਾਵੇ, ਮੇਰੇ ਕੋਲ ਤਾਂ ਹੋਰ ਕੁਝ ਹੈ ਵੀ ਨਹੀਂ, ਮੈਂ ਕਿਸ ਤਰ੍ਹਾਂ ਖੇਤੀਬਾੜੀ ਕਰਾਂਗਾ, ਕਿਸ ਤਰ੍ਹਾਂ ਵਾਹੀ ਕਰਾਂਗਾ। ਸੰਤਾਂ ਨੇ ਗੜਵੇ 'ਚੋਂ ਜਲ ਲਿਆ, ਉਸ ਬੈਲ 'ਤੇ ਮਾਰਿਆ ਅਤੇ ਉਹ ਬੈਲ ਜਿਉਂਦਾ ਹੋ ਗਿਆ। ਸੰਤਾਂ ਦਾ ਅੰਤਲਾ ਸਮਾਂ ਆਇਆ। ਜਦੋਂ ਅੰਤਲਾ ਸਮਾਂ ਆਇਆ ਆਪਣੇ ਪਰਿਵਾਰ ਨੂੰ ਸੱਦ ਕੇ, ਬੱਚਿਆਂ ਨੂੰ ਸੱਦ ਕੇ ਸੰਤਾਂ ਨੇ ਇਹ ਗੱਲ ਕਹਿ ਦਿੱਤੀ ਕਿ ਜਦੋਂ ਮੈਂ ਸਰੀਰ ਛੱਡਾਂਗਾ ਨਾ ਅਤੇ ਮੇਰੀ ਰਸਨਾ ਚੱਲਦੀ ਹੋਏਗੀ
ਤੇ ਮੇਰੇ ਸੱਜੇ ਹੱਥ ਵਿੱਚ ਮਾਲਾ ਚੱਲਦੀ ਹੋਏਗੀ। ਤੇ ਜਦੋਂ ਇਹ ਦੋ ਚੀਜ਼ਾਂ ਚੱਲਦੀਆਂ ਹੋਣਗੀਆਂ, ਨਬਜ਼ ਮੇਰੀ ਜਿਹੜੀ ਏ ਉਹ ਦਿਲ ਦੀ ਧੜਕਣ ਬੰਦ ਹੋ ਜਾਏਗੀ ਤੇ ਉਦੋਂ ਮੈਨੂੰ ਸਮਝ ਲਿਓ ਕਿ ਮੈਂ ਸਰੀਰ ਛੱਡ ਦਿੱਤਾ, ਚੜ੍ਹਾਈ ਕਰ ਗਿਆ ਵਾਂ। ਜੇ ਇਹ ਨਾ ਸੋਚਿਓ ਕਿ ਇਹ ਹਲੇ ਜਿਉਂਦਾ ਆ। ਤੇ ਜਦੋਂ ਤੁਸੀਂ ਮੈਨੂੰ ਚਿਖਾ ਦੇ ਉੱਤੇ ਰੱਖੋਗੇ ਨਾ, ਜਦੋਂ ਚਿਖਾ ਦੇ ਉੱਤੇ ਰੱਖੋਗੇ ਫਿਰ ਇਹ ਵੀ ਬੰਦ ਹੋ ਜਾਏਗਾ। ਸਾਧ ਸੰਗਤ ਜੀ, ਇਹ ਸਾਇੰਸ ਇਸ ਗੱਲ ਨੂੰ ਮੰਨ ਹੀ ਨਹੀਂ ਸਕਦੀ ਕਿ ਕੋਈ ਸਰੀਰ ਸਾਰੀ ਉਮਰ ਨਾ ਸੋਵੇ ਤੇ ਫਿਰ ਵੀ ਅਰੋਗ ਰਵੇ। ਤੇ ਮਰਨ ਤੋਂ ਬਾਅਦ ਦਿਲ ਚੱਲਦਾ ਨਹੀਂ ਤੇ ਹੱਥ ਵਿੱਚ ਨਬਜ਼ ਕਿਵੇਂ ਚੱਲ ਰਹੀ ਹੈ ਤੇ ਰਸਨਾ ਕਿਵੇਂ ਚੱਲ ਰਹੀ ਹੈ, ਬਾਕੀ ਸਾਰਾ ਸਰੀਰ ਡੈਡ ਆ। ਉਹ ਸੰਤਾਂ ਨੇ ਸਤਿਗੁਰੂ ਰਾਮ ਸਿੰਘ ਦਾ ਦੱਸਿਆ ਹੋਇਆ ਜਿਹੜਾ 8 ਪੈਰ ਭਜਨ ਕਰਨ ਦਾ ਹੁਕਮ ਸੀ, ਉਹ ਸਾਰੀ ਉਮਰ ਇਸ ਤਰ੍ਹਾਂ ਨਿਭਾਇਆ ਤੇ ਉਹ ਅੰਤਲੇ ਸਮੇਂ ਵਿੱਚ ਇਸ ਤਰ੍ਹਾਂ ਆਪਣੇ ਜਿਹੜੇ ਬੜੇ ਇੱਕ ਅਨੋਖੇ ਢੰਗ ਨਾਲ, ਜਿਹਦਾ ਕਦੇ ਇਤਿਹਾਸ ਵਿੱਚੋਂ ਮਿਸਾਲ ਨਹੀਂ ਮਿਲਦੀ ਕਿ ਮਰਨ ਤੋਂ ਬਾਅਦ ਵੀ ਉਹਨਾਂ ਦੀ ਮਾਲਾ ਤੇ ਰਸਨਾ ਚੱਲਦੀ ਰਹੀ, ਇਸ ਤਰ੍ਹਾਂ ਆਪਣਾ ਉਹਨਾਂ ਨੇ 5 ਭੂਤਕ ਸਰੀਰ ਤਿਆਗਿਆ, ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਜਾ ਕੇ ਬਿਰਾਜਮਾਨ ਹੋਏ। ਇਹ ਸਾਧ ਸੰਗਤ ਜੀ ਸਤਿਗੁਰ ਦੇ ਘਰ ਦੀ ਕਥਾ ਆ। ਸਿੱਖਾਂ ਦੀ ਬਖਸ਼ਿਸ਼ ਜਿਨ੍ਹਾਂ 'ਤੇ ਕਰਦੇ ਨੇ ਉਹਨਾਂ ਤੋਂ ਇਸ ਤਰ੍ਹਾਂ ਦੇ ਵੱਡੇ ਵੱਡੇ ਵੀ ਸਤਿਗੁਰ ਕਾਰਜ ਕਰਵਾਉਂਦੇ ਨੇ। ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ। ਸਾਧ ਸੰਗਤ ਜੀ।